ਹਾਲੇਲੂਇਆ ਪ੍ਰੇਜ਼ ਦ ਲਾਰਡ। ਸਾਰਿਆਂ ਨੂੰ ਜੈ ਮਸੀਹ ਕੀ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਤੇ ਜਲਾਲੀ ਨਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਕੀ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਪਾਸਟਰ ਗਿੱਲ। ਪਰਮੇਸ਼ਵਰ ਦੀ ਪਵਿੱਤਰ ਤੇ ਪਾਕ ਹਜ਼ੂਰੀ ਦੇ ਵਿੱਚ ਆਈ ਅਸੀਂ ਆਪਣੇ ਸਿਰਾਂ ਨੂੰ ਝੁਕਾ ਲਵਾਂਗੇ, ਪ੍ਰਾਰਥਨਾ ਵਿੱਚ ਜਾਵਾਂਗੇ। ਸਰਵ ਸ਼ਕਤੀਮਾਨ ਖੁਦਾਵੰਦ, ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਹਾਡੀ ਤਾਰੀਫ ਕਰਦੇ ਹਾਂ ਪ੍ਰਭੂ ਅੱਜ ਦੇ ਸਮੇਂ ਵਾਸਤੇ ਖੁਦਾਵੰਦ, ਜੋ ਤੁਸੀਂ ਪ੍ਰਭੂ ਸਾਡੀ ਜ਼ਿੰਦਗੀ ਦੇ ਵਿੱਚ ਦੇ ਦਿੱਤਾ ਖੁਦਾਵੰਦ। ਪ੍ਰਭੂ ਸੱਚਮੁੱਚ ਪ੍ਰਭੂ ਤੁਸੀਂ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਬਲੈਸ ਕਰਨ ਵਾਲੇ ਹੋ। ਪ੍ਰਭੂ ਯਿਸੂ ਮਸੀਹ ਸੱਚਮੁੱਚ ਤੁਸੀਂ ਆਪਣੇ ਲੋਕਾਂ ਨੂੰ ਪ੍ਰਭੂ ਆਸ਼ੀਸ਼ਿਤ ਕਰਨ ਵਾਲੇ ਹੋ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਪ੍ਰਭੂ ਯਿਸੂ ਮਸੀਹ ਜਿੰਨੇ ਵੀ ਲੋਕ ਅੱਜ ਦੇ ਵਚਨ ਸੁਣਨ ਖੁਦਾਵੰਦ, ਪ੍ਰਭੂ ਯਿਸੂ ਮਸੀਹ ਦੇ ਜਲਾਲੀ ਨਾਮ ਵਿੱਚ ਸਭ ਜਨ ਆਸ਼ੀਸ਼ ਪਾਉਣ ਖੁਦਾਵੰਦ। ਪ੍ਰਭੂ ਜੀ ਤੁਹਾਡੇ ਨਾਮ ਦੀ ਮਹਿਮਾ ਹੋ ਜਾਏ, ਤੁਹਾਡੀ ਆਸ਼ੀਸ਼ ਕੰਮ ਕਰੇ, ਤੁਹਾਡਾ ਹੀ ਮਸਾ ਕੰਮ ਕਰੇ ਖੁਦਾਵੰਦ, ਯਿਸੂ ਮਸੀਹ ਨਾਸੀ ਦੇ ਨਾਮ 'ਚ ਆਮੀਨ ਆਮੀਨ ਆਮੀਨ। ਸੋ ਇੱਕ ਵਾਰੀ ਫਿਰ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪ੍ਰਭੂ ਯਿਸੂ ਮਸੀਹ ਦੇ ਜਲਾਲੀ ਜ਼ਿੰਦਾ ਸਾਮਰਥੀ ਨਾਮ ਦੇ ਵਿੱਚ। ਮੈਂ ਪਾਸਟਰ ਗਿੱਲ ਬੈਥਲ ਚਰਚ ਪੋਈਵਾਲ ਤੋਂ। ਸੋ ਅਸੀਂ ਇੱਕ ਬੜਾ ਜ਼ਰੂਰੀ ਵਚਨ ਦੇ ਉੱਤੇ ਗੱਲ ਕਰਨ ਵਾਸਤੇ ਜਾ ਰਹੇ ਹਾਂ। ਇੱਕ ਬੜਾ ਜ਼ਰੂਰੀ ਵਚਨ ਜਿਹੜਾ ਅਸੀਂ ਅੱਜ ਸਿੱਖਣ ਵਾਸਤੇ ਜਾ ਰਹੇ ਹਾਂ। ਸੋ ਅੱਜ ਦੀ ਲਾਈਫ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਇੱਕ ਚੀਜ਼, ਅੱਜ ਦੀ ਲਾਈਫ ਦੇ ਵਿੱਚ ਤੁਸੀਂ ਇੱਕ ਚੀਜ਼ ਬੜੀ ਗੌਰ ਕੀਤੀ ਹੋਏਗੀ। ਤੁਸੀਂ ਸਾਰਿਆਂ ਜਿਹੜੇ ਚੱਲਣ ਫਿਰਨ ਵਾਲੇ, ਤੁਰਨ ਫਿਰਨ ਵਾਲੇ, ਬਾਹਰ ਅੰਦਰ ਜਾਣ ਵਾਲੇ ਲੋਕ ਹੋ, ਤੁਸੀਂ ਇਹ ਚੀਜ਼ ਬੜੀ ਗੌਰ ਕੀਤੀ ਹੋਏਗੀ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਹਸਬੈਂਡ ਵਾਈਫ ਦੀ ਲਾਈਫ ਦੇ ਵਿੱਚ ਆ ਰਹੀ ਹੈ ਨਾ, ਲੜਾਈਆਂ ਝਗੜੇ, ਮਾਰ ਕੁਟਾਈ, ਹੋਰ ਪਤਾ ਨਹੀਂ ਕੀ ਕੁਛ, ਤਲਾਕ ਹੈ ਨਾ, ਮੈਂ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਨਾਲ ਰਹਿ ਰਹੀ ਹਾਂ, ਜਾਂ ਪਤੀ ਆਪਣੀ ਪਤਨੀ ਨੂੰ ਛੱਡ ਕੇ ਦੂਸਰੀ ਔਰਤ ਨਾਲ ਰਹਿ ਰਿਹਾ। ਇਹ ਸਭ ਕੁਛ ਜਿਹੜਾ ਅੱਜ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ। ਬਹੁਤ ਸਾਰੇ ਲੋਕ ਜਿਹੜੇ ਆ ਉਹ ਅੱਜ ਦੇ ਸਮੇਂ ਵਿੱਚ ਇਹ ਪ੍ਰਾਰਥਨਾ ਕਰਵਾ ਰਹੇ ਕਿ ਪਾਸਟਰ ਜੀ ਸਾਡੀ ਮੈਰਿਡ ਲਾਈਫ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਪਾਸਟਰ ਜੀ ਸਾਡੀ ਮੈਰਿਡ ਲਾਈਫ ਵਿੱਚ ਪ੍ਰੋਬਲਮਸ ਆ ਰਹੀਆਂ, ਪਾਸਟਰ ਜੀ ਸਾਡੀ ਮੈਰਿਡ ਲਾਈਫ ਵਿੱਚ ਮੁਸ਼ਕਲਾਂ ਆ ਰਹੀਆਂ। ਹਾਲੇਲੂਇਆ। ਸੋ ਅੱਜ ਦੇ ਸਮੇਂ ਦੇ ਵਿੱਚ ਇਹ ਸਭ ਕੁਛ ਬਹੁਤ ਜ਼ਿਆਦਾ ਹੋ ਰਿਹਾ ਅਤੇ ਬਹੁਤ ਤੇਜ਼ ਹੋ ਰਿਹਾ। ਤਕਰੀਬਨ ਤੁਸੀਂ ਅੱਧ ਤੋਂ ਜ਼ਿਆਦਾ ਲੋਕ ਜਿਹੜੇ 50% ਤੋਂ ਜ਼ਿਆਦਾ ਲੋਕ ਜਿਹੜੇ ਆ ਉਹ ਆਪਣੀ ਮੈਰਿਡ ਲਾਈਫ ਤੋਂ ਖੁਸ਼ ਨਹੀਂ ਹੈ। ਹਾਲੇਲੂਇਆ। ਬਹੁਤ ਜ਼ਿਆਦੀਆਂ ਅਸੀਂ ਜੇ ਡਿਸਕਸ਼ਨ ਕਰਨ ਬੈਠੀਏ ਕਿ ਮੈਰਿਡ ਲਾਈਫ ਵਿੱਚ ਐਕਚੁਅਲੀ ਪ੍ਰੋਬਲਮਸ ਕੀ ਆ ਰਹੀਆਂ, ਰਿਐਲਿਟੀ ਵਿੱਚ ਲੋਕਾਂ ਦੀ ਲਾਈਫ ਵਿੱਚ ਮੇਨ ਪ੍ਰੋਬਲਮਸ ਕੀ ਆ ਰਹੀਆਂ, ਤਾਂ ਅਸੀਂ ਜਿਹੜੇ ਹਾਂ ਉਹ ਇਸ ਚੀਜ਼ ਨੂੰ ਸਮਝਾਂਗੇ ਕਿ ਕਿੰਨੇ ਜ਼ਿਆਦਾ ਕਾਰਨ ਜਿਹੜੇ ਉਹਨਾਂ ਦੀ ਵਿਆਹੁਤਾ ਲਾਈਫ ਦੇ, ਜਾਂ ਕਿੰਨੇ ਜ਼ਿਆਦਾ ਸਿਸਟਮਸ ਨਿਕਲ ਆਉਣਗੇ ਕਿ ਇਹ ਪ੍ਰੋਬਲਮ ਹੈ, ਇਹ ਪ੍ਰੋਬਲਮ ਹੈ, ਜੇ ਅਸੀਂ ਡਿਸਕਸ਼ਨ ਕਰਨ ਬੈਠੀਏ ਤੇ। ਸੋ ਅਸੀਂ ਕੁਝ ਚੀਜ਼ਾਂ ਬਾਈਬਲ ਦੇ ਵਿੱਚੋਂ ਡਿਸਕਸ਼ਨ ਕਰਾਂਗੇ ਅਤੇ ਮੈਂ ਪ੍ਰਾਰਥਨਾ ਕਰਾਂਗਾ ਤੁਹਾਡੇ ਸਾਰਿਆਂ ਵਾਸਤੇ ਜਿਹੜੇ ਮੈਰਿਡ ਹੋ ਅਤੇ ਜਿਨ੍ਹਾਂ ਦੀ ਲਾਈਫ ਦੇ ਵਿੱਚ ਪ੍ਰੋਬਲਮਸ ਆ ਰਹੀਆਂ। ਮੈਂ ਪ੍ਰਾਰਥਨਾ ਕਰਾਂਗਾ ਕਿ ਤੁਹਾਡੀ ਜਿਹੜੀ ਮੈਰਿਡ ਲਾਈਫ ਆ ਉਹ ਯਿਸੂ ਦੇ ਨਾਮ ਸਕਸੈਸ ਹੋ, ਯਿਸੂ ਦੇ ਸਾਮਰਥੀ ਨਾਮ 'ਚ ਬਲੈਸਡ ਹੋ, ਯਿਸੂ ਦੇ ਜ਼ਿੰਦਾ ਜਲਾਲੀ ਨਾਮ 'ਚ ਤੁਹਾਡੀ ਲਾਈਫ ਵਿੱਚ ਪਰਮੇਸ਼ਰ ਦੀ ਆਸ਼ੀਸ਼ ਆ ਜਾਏ। ਹਾਲੇਲੂਇਆ। ਸੋ ਆਈਏ ਅਸੀਂ ਇੱਕ ਵਚਨ ਪੜ੍ਹਾਂਗੇ, ਉਤਪੱਤੀ ਉਹਦਾ 1 ਅਧਿਆਏ ਉਹਦਾ 28 ਵਚਨ ਅਸੀਂ ਪੜ੍ਹਾਂਗੇ। ਉਤਪੱਤੀ ਉਹਦਾ 1 ਅਧਿਆਏ ਉਹਦਾ 28 ਵਚਨ ਪੜ੍ਹਾਂਗੇ। ਬੜੇ ਗੌਰ ਦੇ ਨਾਲ ਤੁਸੀਂ ਸਾਰਿਆਂ ਸੁਣਨਾ। ਪਰਮੇਸ਼ਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਔਰ ਸਾਰੇ ਧਰਤੀ ਪੁਰ ਕਿਸਰਨ ਵਾਲੇ ਜੀਵਾਂ ਉੱਤੇ ਰਾਜ ਕਰੋ। ਠੀਕ ਹੈ ਜੀ। ਇਹ ਵਚਨ ਸੀ ਜਦੋਂ ਸਾਡੇ ਪਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਬਣਾਇਆ। ਤੁਹਾਡੇ ਪਰਮੇਸ਼ਵਰ ਨੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਆਸ਼ੀਸ਼ ਦਿੱਤੀ। ਆਦਮ ਅਤੇ ਹਵਾ ਨੂੰ ਬਣਾਉਣ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ ਅਤੇ ਫਲਦਾਰ ਹੋ। ਹਾਲੇਲੂਇਆ। ਤੁਸੀਂ ਫਲਦਾਰ ਹੋਵੋ, ਤੁਸੀਂ ਰਾਜ ਕਰੋ, ਤੁਸੀਂ ਵਧੋ। ਹਾਲੇਲੂਇਆ। ਇਹ ਸਭ ਆਸ਼ੀਸ਼ਾਂ ਪਰਮੇਸ਼ਵਰ ਨੇ ਸਿਰਫ ਉਸ ਟਾਈਮ 'ਤੇ ਨਹੀਂ। ਮੈਂ ਇੱਕ ਗੱਲ ਬੋਲਦਾ ਹੁੰਦਾ ਵਾਂ ਕਿ ਜਿਹੜੇ ਵਚਨ ਬਾਈਬਲ ਦੇ ਵਿੱਚ ਲਿਖੇ ਗਏ ਆ ਉਹਨਾਂ ਦੇ ਦੋ ਮਤਲਬ ਹੈ। ਇੱਕ ਤਾਂ ਉਸ ਟਾਈਮ 'ਤੇ ਜਿਹੜੀ ਆਸ਼ੀਸ਼ ਦਿੱਤੀ ਗਈ ਸੀ, ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਇਹਨਾਂ ਵਚਨਾਂ 'ਤੇ ਗੌਰ ਕਰੀਏ, ਜਿਹੜਾ ਉਸ ਤੋਂ ਬਾਅਦ ਵਿੱਚ ਜਿਹੜਾ ਅੱਜ ਦੀ ਲਾਈਫ ਆ ਉਹਦੇ ਵਿੱਚ ਵੀ ਜਿਹੜੇ ਵਚਨ ਆ ਉਹ ਬਿਲਕੁਲ ਉਸੇ ਤਰ੍ਹਾਂ ਇਫੈਕਟਿਵ ਆ ਜਿਸ ਤਰ੍ਹਾਂ ਉਸ ਟਾਈਮ 'ਤੇ ਸੀ। ਹਾਲੇਲੂਇਆ। ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਲੈਸ ਕੀਤਾ। ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਕਿਹਾ ਜਾਓ ਅਤੇ ਵਧੋ, ਫਲਦਾਰ ਹੋਵੋ ਅਤੇ ਧਰਤੀ ਨੂੰ ਭਰ ਦਿਓ ਅਤੇ ਹਰ ਇੱਕ ਚੀਜ਼ ਉੱਤੇ, ਪੰਛੀਆਂ ਉੱਤੇ, ਜਾਨਵਰਾਂ ਉੱਤੇ, ਮੱਛੀਆਂ ਦੇ ਉੱਪਰ, ਹਰ ਇੱਕ ਚੀਜ਼ ਦੇ ਉੱਪਰ ਤੁਸੀਂ ਜਾ ਕੇ ਰਾਜ ਕਰੋ। ਹਾਲੇਲੂਇਆ। ਪਰਮੇਸ਼ਰ ਨੇ ਦੋਨਾਂ ਨੂੰ ਆਸ਼ੀਸ਼ ਦਿੱਤੀ ਕਿ ਤੁਸੀਂ ਜਾ ਕੇ ਹਰ ਇੱਕ ਚੀਜ਼ ਉੱਤੇ ਰਾਜ ਕਰਨਾ, ਤੁਸੀਂ ਦੋਨਾਂ ਨੇ ਵਧਣਾ, ਤੁਸੀਂ ਦੋਨਾਂ ਨੇ ਬਲੈਸ ਹੋਣਾ। ਹਾਲੇਲੂਇਆ। ਹੁਣ ਪ੍ਰੋਬਲਮ ਕੀ ਹੋ ਰਹੀ ਆ ਕਿ ਅੱਜ ਦੋਨੋਂ ਜਣ ਜਿਹੜੇ ਸੈਪਰੇਟ ਹੋ ਗਏ।
ਹਾਲੇਲੂਇਆ। ਅੱਜ ਦੋਨੋਂ ਜਨ ਜਿਹੜੇ ਅਲੱਗ ਹੋ ਗਏ, ਇਹਨਾਂ ਦੋਨਾਂ ਦੇ ਵਿਚਾਰ ਅਲੱਗ ਹੋ ਗਏ ਆ, ਦੋਨਾਂ ਦੇ ਵਿਚਾਰ ਨਹੀਂ, ਪਰਿਵਾਰ ਵਿੱਚ ਦੋਨਾਂ ਜੀਆਂ ਦੇ ਵਿਚਾਰ ਨਹੀਂ ਮਿਲ ਰਹੇ। ਪਤੀ ਕੁਛ ਕਹਿ ਰਿਹਾ ਵਾ, ਪਤਨੀ ਕੁਛ ਕਹਿ ਰਹੀ ਹੈ, ਪਤਨੀ ਦਾ ਰਸਤਾ ਦੂਸਰੇ ਬੰਨੇ ਹੈ, ਪਤੀ ਦਾ ਰਸਤਾ ਦੂਸਰੇ ਬੰਨੇ ਹੈ। ਹਾਲੇਲੂਇਆ। ਅਸੀਂ ਚਾਹੇ ਅਲੱਗ-ਅਲੱਗ ਰਹਿ ਰਹੀ ਹੋਏ, ਜੌਬ ਦੇ ਪਰਪਸ ਦੇ ਉੱਤੇ ਜਾਂ ਸਪਿਰਿਚੁਅਲਿਟੀ ਕਿਸੇ ਪਰਪਸ ਦੇ ਉੱਤੇ ਸੇਵਕਾਈ ਕੋਈ ਕਰ ਰਿਹਾ ਹੋਵੇ, ਕੋਈ ਸਪਿਰਿਚੁਅਲਿਟੀ ਪਰਪਸ ਦੇ ਉੱਤੇ ਅਲੱਗ ਰਹਿ ਰਿਹਾ ਹੋਵੇ, ਪਰ ਸਾਡੇ ਵਿੱਚ ਜਿਹੜੇ ਵਿਚਾਰਾਂ ਨੂੰ ਇੱਕ ਹੋਣੇ ਚਾਹੀਦੇ ਆ, ਸਾਡੇ ਆਤਮਾ ਜਿਹੜਾ ਵਾ ਇੱਕ ਹੋਣਾ ਚਾਹੀਦਾ, ਸਾਡੇ ਵਿੱਚ ਬਣਨੀ ਚਾਹੀਦੀ ਹੈ। ਹਾਲੇਲੂਇਆ। ਅੱਜ ਸ਼ੱਕ, ਪ੍ਰੋਬਲਮਸ, ਮੁਸ਼ਕਿਲਾਂ, ਲੜਾਈ ਝਗੜੇ, ਬੁਰੀਆਂ ਆਦਤਾਂ, ਹਾਲੇਲੂਇਆ, ਜਿਹਦੇ ਕਰਕੇ ਲੋਕ ਜਿਹੜੇ ਫਲਦਾਰ ਨਹੀਂ ਹੋ ਰਹੇ, ਜਿਹਦੇ ਕਰਕੇ ਲੋਕ ਜਿਹੜੇ ਵੱਧ ਨਹੀਂ ਰਹੇ। ਹਾਲੇਲੂਇਆ। ਅੱਜ ਅਸੀਂ ਸੋਚਦੇ ਹਾਂ ਕਿ ਸ਼ਾਇਦ ਪਤੀ ਪਤਨੀ ਵਿੱਚ ਲੜਾਈ ਝਗੜੇ ਸਿਰਫ ਸ਼ੈਤਾਨ ਹੀ ਪਾ ਰਿਹਾ। ਨਹੀਂ, ਮੈਂ ਬਹੁਤ ਵਾਰ ਸਿਖਾਉਣਾ ਕਿ ਲੜਾਈ ਝਗੜੇ, ਹਰ ਇੱਕ ਚੀਜ਼ ਜਿਹੜੀ ਆ ਉਹ ਹਰ ਕੰਮ ਸ਼ੈਤਾਨ ਦੇ ਵੱਲੋਂ ਨਹੀਂ। ਕੁਝ ਮੁਸ਼ਕਿਲਾਂ ਜਿਹੜੀਆਂ ਸਾਡੇ ਆਪਣੀਆਂ ਕ੍ਰੀਏਸ਼ਨ ਹੈ, ਕੁਝ ਮੁਸ਼ਕਿਲਾਂ ਜਿਹੜੀਆਂ ਅਸੀਂ ਖੁਦ ਕ੍ਰੀਏਟ ਕੀਤੀਆਂ ਹੋਈਆਂ, ਕੁਝ ਮੁਸ਼ਕਿਲਾਂ ਜਿਹੜੀਆਂ ਅਸੀਂ ਖੁਦ ਪੈਦਾ ਕੀਤੀਆਂ ਹੋਈਆਂ। ਹਾਲੇਲੂਇਆ। ਜੇ ਅਸੀਂ ਆਪਣੀ ਲਾਈਫ 'ਚ ਚਾਹੀਏ ਉਹਨਾਂ ਮੁਸ਼ਕਿਲਾਂ ਤੋਂ ਬਾਹਰ ਨਿਕਲ ਕੇ ਆ ਸਕਦੇ ਹਾਂ। ਜੇ ਅਸੀਂ ਆਪਣੀ ਲਾਈਫ ਚਾਹੀਏ ਤੇ ਉਹਨਾਂ ਮੁਸ਼ਕਿਲਾਂ ਨੂੰ ਆਪਣੀ ਲਾਈਫ 'ਚ ਖਤਮ ਕਰ ਸਕਦੇ, ਪਰ ਅਸੀਂ ਕਿਸੇ ਹੋਰ ਦੇ ਸਿਰ ਦੇ ਉੱਤੇ ਭੰਨ ਰਹੇ ਹਾਂ ਕਿ ਇਹ ਸ਼ੈਤਾਨ ਦਾ ਕੰਮ ਹੈ ਜਿਹੜਾ ਸਾਡੀ ਲਾਈਫ ਨੂੰ ਪ੍ਰੋਬਲਮੈਟਿਕ ਕਰ ਰਿਹਾ। ਹਾਲੇਲੂਇਆ। ਸੋ ਬਾਈਬਲ ਵਿੱਚ ਲਿਖਿਆ ਕਿ ਆਦਮੀ ਦਾ ਚੰਗਾ ਨਹੀਂ ਕਿ ਉਹ ਇਕੱਲਾ ਰਹੇ, ਹੈ ਨਾ। ਸੇਮ ਔਰਤ ਦੇ ਵਾਸਤੇ ਵੀ ਸੇਮ ਹੀ ਉਸੇ ਤਰ੍ਹਾਂ ਲਿਖਿਆ ਹੈ ਕਿ ਚੰਗਾ ਨਹੀਂ ਕਿ ਉਹ ਇਕੱਲੀ ਰਵੇ। ਹਾਲੇਲੂਇਆ। ਸੋ ਪ੍ਰੋਬਲਮਸ ਕੀ ਹੈ? ਦੋਨੋਂ ਪਤੀ ਪਤਨੀ, ਦੇਖਿਓ ਜਦੋਂ ਸ਼ਾਦੀ ਹੁੰਦੀ ਹੈ ਉਸ ਟਾਈਮ ਤੇ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ, ਉਸ ਤੋਂ ਬਾਅਦ ਵਿੱਚ ਇਹ ਸ਼ਾਦੀ ਤੋਂ 1 ਸਾਲ ਬਾਅਦ ਵਿੱਚ, ਸ਼ਾਦੀ ਤੋਂ 2 ਸਾਲ ਬਾਅਦ ਵਿੱਚ, ਸ਼ਾਦੀ ਤੋਂ 3 ਸਾਲ ਬਾਅਦ ਵਿੱਚ, ਹਰ ਸਾਲ ਜਿਹੜਾ ਵਾ ਸਿਚੁਏਸ਼ਨ ਬਦਲਦੀ ਜਾਂਦੀ ਹੈ, ਹਰ ਸਾਲ ਟਾਈਮ ਜਿਹੜਾ ਬਦਲਦਾ ਜਾਂਦਾ, ਹਰ ਸਾਲ ਜਿਹੜਾ ਵਾ ਉਹ ਸਿਸਟਮ ਜਿਹੜਾ ਚੇਂਜ ਹੁੰਦਾ ਜਾਂਦਾ। ਕਿਉਂ? ਹਾਲੇਲੂਇਆ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅੱਜ ਪਤੀ ਪਤਨੀ ਦੀ ਲਾਈਫ ਵਿੱਚ ਆ ਰਹੀ ਆ ਉਹ ਆ ਕੰਪੈਰੀਜ਼ਨ। ਹਾਲੇਲੂਇਆ। ਗੌਰ ਨਾਲ ਸੁਣਨਾ ਮੇਰੀ ਬਾਤ ਨੂੰ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਆ ਉਹ ਆ ਕੰਪੈਰੀਜ਼ਨ। ਅਸੀਂ ਆਪਣੀ ਲਾਈਫ ਦੇ ਵਿੱਚ ਆਪਣੇ ਪਤੀ ਨੂੰ, ਆਪਣੀ ਪਤਨੀ ਨੂੰ ਅਸੀਂ ਦੂਸਰਿਆਂ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕਹਾਂਗੇ ਫਲਾਣੇ ਦਾ ਪਤੀ ਚੰਗਾ, ਅਸੀਂ ਕਹਾਂਗੇ ਫਲਾਣੇ ਦੀ ਪਤਨੀ ਚੰਗੀ ਹੈ। ਅਸੀਂ ਜਦੋਂ ਕੰਪੇਅਰ ਕਰਨਾ ਸ਼ੁਰੂ ਕਰਦੇ ਹਾਂ ਤੇ ਫਿਰ ਸਾਡੇ ਜਿਹੜੇ ਲਾਈਫ ਦੇ ਵਿੱਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ, ਫਿਰ ਸਾਡੀ ਲਾਈਫ ਦੇ ਵਿੱਚ ਜਿਹੜੇ ਆ ਉਹ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹਾਲੇਲੂਇਆ। ਸਾਡੇ ਇੱਕ ਹੋਣ ਦੇ ਨਾਲ ਤੇ ਸਾਡੇ ਅਲੱਗ ਹੋਣ ਦੇ ਨਾਲ, ਸਾਡੇ ਵਿਚਾਰਧਾਰਾ ਜਿਹੜੀ ਬਦਲਣ ਦੇ ਨਾਲ, ਜਾਂ ਪਤੀ ਪਤਨੀ ਦੇ ਵਿਚਾਰਾਂ ਦੇ ਬਦਲਣ ਦੇ ਨਾਲ ਕੀ ਪ੍ਰੋਬਲਮ ਹੈ? ਸਭ ਤੋਂ ਇਸ ਚੀਜ਼ ਉੱਤੇ ਵੀ ਸਾਨੂੰ ਡਿਸਕਸ਼ਨ ਕਰਨ ਦੀ ਜ਼ਰੂਰਤ ਹੈ ਕਿ what is the problem when husband wife separated themselves। ਜਦੋਂ ਉਹ ਅਲੱਗ ਹੋ ਜਾਂਦੇ ਆ, ਉਹਨਾਂ ਦੇ ਵਿਚਾਰ ਰਲਨੇ ਅਲੱਗ ਹੋ ਜਾਂਦੇ ਆ, ਉਦੋਂ ਪ੍ਰੋਬਲਮਸ ਕੀ ਹੈ? ਜਦੋਂ ਅਸੀਂ ਪ੍ਰਾਰਥਨਾਵਾਂ ਕਰਾਂਗੇ, ਇੱਕ ਵਚਨ ਮੈਂ ਇੱਕ ਹੋਰ ਵਚਨ ਪੜਾਂਗਾ ਤੁਹਾਡੇ ਵਾਸਤੇ। ਪਹਿਲਾ ਪਤਰਸ ਉਹਦਾ 3 ਅਧਿਆਏ ਉਹਦਾ 7 ਵਚਨ ਇਸ ਜਗ੍ਹਾ ਤੇ ਕੀ ਲਿਖਿਆ ਸੀ ਪੜਾਂਗੇ ਕਿ ਹੇ ਪਤੀਓ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵਸੋ ਅਤੇ ਇਸਤਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ, ਅਤੇ ਇਹ ਵੀ ਤੁਸੀਂ ਦੋਵੇਂ ਜੀਵਨ ਦੀ ਬਖਸ਼ਿਸ਼ ਦੇ ਸਾਂਝੇ ਅਧਿਕਾਰੀ ਹੋ। ਉਹਦਾ ਆਦਰ ਕਰੇ ਅਤੇ ਜੋ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ। ਇਹ ਬਹੁਤ ਹੀ ਇੰਪੋਰਟੈਂਟ ਵਚਨ ਇਸ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਦੋਨੋਂ ਪਰਮੇਸ਼ਰ ਦੀ ਬਖਸ਼ਿਸ਼ ਦੇ ਸਾਂਝੇ ਅਧਿਕਾਰੀ ਹੋ। ਹਾਲੇਲੂਇਆ। ਪਰਮੇਸ਼ਰ ਨੇ ਤੁਹਾਨੂੰ ਦੋਨਾਂ ਨੂੰ ਬਲੈਸ ਕੀਤਾ, ਪਰਮੇਸ਼ਰ ਨੇ ਤੁਹਾਨੂੰ ਦੋਨਾਂ ਨੂੰ ਇੱਕ ਕੀਤਾ, ਤੁਹਾਨੂੰ ਦੋਨਾਂ ਨੂੰ ਬਲੈਸ ਕੀਤਾ। ਜੇ ਅਸੀਂ ਸੈਪਰੇਟ ਹੋ ਜਾਵਾਂਗੇ, ਇੱਕ ਹੋਰ ਵਚਨ ਲਿਖਿਆ ਬਾਈਬਲ ਦੇ ਵਿੱਚ ਕਿ ਤੁਹਾਡੇ ਗੁੱਸੇ ਦੇ ਉੱਪਰ ਜਿਹੜਾ ਹੈ ਉਹ ਸੂਰਜ ਨਹੀਂ ਡੁੱਬਣਾ ਚਾਹੀਦਾ। ਹਾਲੇਲੂਇਆ। ਇਹਦਾ ਮਤਲਬ ਇਹ ਦੋਨੋਂ ਪਤੀ ਪਤਨੀ ਵਾਸਤੇ ਅਸੀਂ ਇਸ ਵਚਨ ਨੂੰ ਲਵਾਂਗੇ ਤੇ ਜਦੋਂ ਸਾਡਾ ਝਗੜਾ ਹੋ ਗਿਆ, ਸਾਡਾ ਝਗੜਾ 2-4 ਦਿਨ, 15 ਦਿਨ, 20 ਦਿਨ, ਮਹੀਨਾ, ਸਾਲ, 2 ਸਾਲ ਨਹੀਂ ਚੱਲਣਾ ਚਾਹੀਦਾ ਸਾਡਾ ਝਗੜਾ। ਹਾਲੇਲੂਇਆ। ਅਸੀਂ ਪਤੀ ਪਤਨੀ ਝਗੜੇ ਹੋਏ ਆ ਤੇ ਖੁਦਾ ਦੀ ਹਜ਼ੂਰੀ 'ਚ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਸਾਨੂੰ ਬਲੈਸ ਕਰ, ਪ੍ਰਭੂ ਸਾਨੂੰ ਬਲੈਸ ਕਰ, ਪ੍ਰਭੂ ਸਾਨੂੰ ਬਲੈਸ ਕਰ। ਲਿਖਿਆ ਕਿ ਜੇ ਤੁਸੀਂ ਦੋਨੋਂ ਪਰਮੇਸ਼ਰ ਦੀ ਬਖਸ਼ਿਸ਼ ਦੇ ਸਾਂਝੇ ਅਧਿਕਾਰੀ ਹੋ, ਹੈ ਨਾ, ਇਸ ਲਈ ਅਸੀਂ ਇਕੱਠੇ ਰਹਿਣਾ ਵਾ ਕਿ ਸਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ। ਹਾਲੇਲੂਇਆ। ਜੇ ਸਾਡੀ ਪਤੀ ਪਤਨੀ ਦੀ ਨਹੀਂ ਬਣ ਰਹੀ, ਜੇ ਅਸੀਂ ਪਤੀ ਪਤਨੀ ਇੱਕ ਨਹੀਂ ਹੋ ਰਹੇ, ਤੇ ਤੁਹਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਹਨ ਉਹ ਰੁਕ ਜਾਣਗੀਆਂ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ। ਹਾਲੇਲੂਇਆ।
ਸੋ ਸਾਡੀ ਲਾਈਫ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਸਭ ਜਨ ਅਸੀਂ ਪਤੀ ਪਤਨੀ ਦੋਨੋਂ ਇੱਕੋ ਹੀ, ਸਾਡੇ ਵਿਚਾਰ ਰਲਣ। ਜਿਹੜੇ ਇਕੱਠੇ ਪ੍ਰਾਰਥਨਾ ਕਰਦੇ ਆ ਉਹ ਹਮੇਸ਼ਾ ਇਕੱਠੇ ਹੀ ਰਹਿਣਗੇ। ਹਾਲੇਲੂਇਆ। ਜਿਹੜੇ ਇਕੱਠੇ ਪ੍ਰਾਰਥਨਾ ਕਰਦੇ ਆ ਉਹ ਹਮੇਸ਼ਾ ਇਕੱਠੇ ਰਹਿਣਗੇ। ਹਾਲੇਲੂਇਆ। ਜੇ ਤੁਸੀਂ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਬਲੈਸ ਹੋਣਾ ਚਾਹੁੰਦੇ ਹੋ, ਜੇ ਤੁਸੀਂ ਆਪਣੀ ਲਾਈਫ ਵਿੱਚ ਬਹੁਤ ਜ਼ਿਆਦਾ ਵਧਣਾ ਚਾਹੁੰਦੇ ਹੋ, ਹਾਲੇਲੂਇਆ, ਤੇ ਸਭ ਤੋਂ ਪਹਿਲਾਂ ਇੱਕ ਆਪਣੀ ਲਾਈਫ ਚੋਂ ਕੰਮ ਨਿਕਾਲੋ ਕਿ ਆਪਣੀ ਲਾਈਫ ਚੋਂ ਆਪਣੀ ਵਾਈਫ ਨੂੰ, ਆਪਣੇ ਪਤੀ ਨੂੰ ਕੰਪੇਅਰ ਕਰਨਾ ਬੰਦ ਕਰੋ। ਆਪਣੇ ਪਤੀ ਦੀ ਕਮਾਈ ਨੂੰ ਦੂਸਰੇ ਦੀ ਕਮਾਈ ਨਾਲ ਕੰਪੇਅਰ ਕਰਨਾ ਬੰਦ ਕਰੋ। ਆਪਣੀ ਪਤਨੀ ਦੀ ਐਜੂਕੇਸ਼ਨ ਨੂੰ ਦੂਸਰੀ ਔਰਤ ਦੀ ਐਜੂਕੇਸ਼ਨ ਨਾਲ ਕੰਪੇਅਰ ਕਰਨਾ ਬੰਦ ਕਰੋ। ਹਾਲੇਲੂਇਆ। ਸਾਡੀ ਲਾਈਫ, ਸਾਨੂੰ ਦੋਨਾਂ ਨੂੰ ਪਤੀ ਪਤਨੀ ਨੂੰ ਇੱਕ ਬਣਾਇਆ ਪਰਮੇਸ਼ਵਰ ਨੇ, ਤੇ ਉਸ ਤੋਂ ਬਾਅਦ ਵਿੱਚ ਪਰਮੇਸ਼ਵਰ ਨੇ ਅੱਗੇ ਨਾ ਬੱਚਿਆਂ ਦੇ ਬਾਰੇ ਲਿਖਿਆ, ਨਾ ਰਿਸ਼ਤੇਦਾਰਾਂ ਦੇ ਬਾਰੇ ਲਿਖਿਆ, ਨਾ ਕੁਛ ਵੀ ਲਿਖਿਆ। ਪਤਨੀ ਜਿਹੜੀ ਆ ਆਪਣੇ ਪਰਿਵਾਰ ਨੂੰ ਛੱਡ ਕੇ ਪਤੀ ਦੇ ਨਾਲ ਰਹੇਗੀ, ਤੇ ਉਸ ਤੋਂ ਬਾਅਦ ਲਿਖਿਆ ਕਿ ਜਿਹੜਾ ਪਤੀ ਆ ਉਹ ਆਪਣੇ ਮਾਪਿਓ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ। ਹਾਲੇਲੂਇਆ। ਇਟ ਮੀਨਸ, ਇਹਦਾ ਮਤਲਬ ਆ ਕਿ ਪਰਮੇਸ਼ਵਰ ਨੇ ਦੋਨਾਂ ਜੀਆਂ ਨੂੰ ਹੀ ਬਣਾਇਆ। ਪਰਮੇਸ਼ਵਰ ਨੇ ਸਿਰ ਤੋਂ ਨਹੀਂ ਹੱਡੀ ਕੱਢੀ, ਪਰਮੇਸ਼ਵਰ ਨੇ ਪੈਰ ਤੋਂ ਨਹੀਂ ਹੱਡੀ ਕੱਢੀ, ਪਰਮੇਸ਼ਵਰ ਨੇ ਸਾਡੀ ਹੱਡੀ ਜਿਹੜੀ ਆ ਉਹ ਬਿਲਕੁਲ ਸੈਂਟਰ ਦੇ ਵਿੱਚੋਂ ਕੱਢੀ ਕਿ ਤੇਰੀ ਪਤਨੀ ਆ ਜਿਹੜੀ ਨਾ ਤੇ ਸਿਰ ਤੇ ਬੈਠੀ ਹੋਣੀ ਚਾਹੀਦੀ ਹੈ ਤੇ ਨਾ ਤੇਰੇ ਪੈਰਾਂ ਦੀ ਜੁੱਤੀ ਹੋਣੀ ਚਾਹੀਦੀ ਹੈ। ਅੱਜ ਪਰਿਵਾਰ ਦੇ ਵਿੱਚ ਜਿਹੜਾ ਵਾ ਉਹ ਪਤਨੀਆਂ ਜਿਹੜੀਆਂ ਕਈਆਂ ਦੇ ਸਿਰ ਤੇ ਚੜ ਕੇ ਬੈਠੀਆਂ ਹੋਈਆਂ। ਹਾਲੇਲੂਇਆ। ਅੱਜ ਕਈਆਂ ਲੋਕਾਂ ਨੇ ਆਪਣੀ ਪਤਨੀ ਨੂੰ ਆਪਣੀ ਪੈਰ ਦੀ ਜੁੱਤੀ ਦੇ ਵਾਂਗੂ ਰੱਖਿਆ ਹੋਇਆ। ਹਾਲੇਲੂਇਆ। ਪਰਮੇਸ਼ਵਰ ਤੁਹਾਡੇ ਇਸ ਤਰ੍ਹਾਂ ਨਹੀਂ ਚਾਹੁੰਦੇ। ਪਰਮੇਸ਼ਵਰ ਤੁਹਾਡੇ ਚਾਹੁੰਦੇ ਆ ਕਿ ਤੁਸੀਂ ਦੋਨੋਂ ਜੀ ਇੱਕ ਹੋਣੇ ਚਾਹੀਦੇ ਆ। ਤੁਸੀਂ ਦੋਨੋਂ ਜੀ ਬਰਾਬਰ ਦੇ ਸਾਂਝੇ ਅਧਿਕਾਰੀ ਹੋ। ਪਰਮੇਸ਼ਵਰ ਦੀਆਂ ਆਸ਼ੀਸ਼ਾਂ ਦੇ ਤੁਸੀਂ ਸਾਂਝੇ ਅਧਿਕਾਰੀ ਹੋ। ਇਹ ਨਹੀਂ ਕਿ ਤੁਹਾਡੀ ਪਤਨੀ ਆਦਰ ਕਰੇ ਤੇ ਤੁਸੀਂ ਆਦਰ ਨਹੀਂ ਕਰਨਾ ਹੈ। ਬਾਈਬਲ 'ਚ ਲਿਖਿਆ ਹੋਇਆ ਕਿ ਆਪਣੀ ਪਤਨੀ ਦਾ ਆਦਰ ਕਰ। ਹਾਲੇਲੂਇਆ। ਪਹਿਲਾ ਪਤਰਸ ਉਹਦਾ 3 ਅਧਿਆਇ ਉਹਦਾ 7 ਵਚਨ ਦੇ ਵਿੱਚ ਲਿਖਿਆ ਕਿ ਤੂੰ ਹੀ ਆਪਣੀ ਪਤਨੀ ਦਾ ਆਦਰ ਕਰ। ਤੂੰ ਸਿਰ ਆ, ਪਤਨੀ ਧੜ ਆ, ਬਟ ਜ਼ਰੂਰੀ ਹੈ ਕਿ ਤੂੰ ਹੀ ਆਪਣੀ ਪਤਨੀ ਦਾ ਜਿਹੜਾ ਆਦਰ ਕਰੇ। ਦੋਨੋਂ ਦੇ ਵਿੱਚ ਇੱਕ ਦੂਸਰੇ ਦੀ ਰਿਸਪੈਕਟ ਹੋਣੀ ਚਾਹੀਦੀ ਹੈ। ਹਾਲੇਲੂਇਆ। ਅੱਜ ਝਗੜੇ ਕਿੱਥੋਂ ਆ ਰਹੇ? ਅਸੀਂ ਘਰ ਦੇ ਵਿੱਚ ਝਗੜਾ ਹੋ ਰਿਹਾ ਵਾ, ਅਸੀਂ ਕਹਿੰਦੇ ਸ਼ੈਤਾਨ ਨੇ ਕਰ ਦਿੱਤਾ ਜੀ, ਸਾਡੇ ਘਰ ਵਿੱਚ ਸ਼ੈਤਾਨ ਕੰਮ ਕਰ ਰਿਹਾ, ਇਸ ਕਰਕੇ ਝਗੜਾ ਹੋ ਰਿਹਾ ਹੈ ਨਾ। ਅਸੀਂ ਦੋਨੋਂ ਜੀ ਇੱਕ ਨੰਬਰ ਕੰਪੇਅਰ ਕਰ ਰਹੇ ਹਾਂ ਦੂਸਰਿਆਂ ਦੇ ਨਾਲ। ਦੂਸਰਾ, ਅਸੀਂ ਇੱਕ ਦੂਸਰੇ ਨੂੰ ਸਹਿ ਨਹੀਂ ਰਹੇ ਬਿਲਕੁਲ ਵੀ। ਅੱਜ ਛੋਟਾ ਜਿਹਾ ਦਬਕਾ, ਛੋਟੀ ਜੀ ਗੱਲਬਾਤ, ਸਬਜ਼ੀ 'ਚ ਲੂਣ ਵੱਧ ਪੈ ਗਿਆ ਨਾ, ਬਸ ਪ੍ਰੋਬਲਮ ਉਸੇ ਜਗ੍ਹਾ ਤੇ। ਹਾਲੇਲੂਇਆ। ਪਤਨੀ ਜਿਹੜੀ ਆ ਉਹ ਆਪਣੇ ਪੇਕਿਆਂ ਨੂੰ ਅਹਿਮੀਅਤ ਦੇ ਰਹੀ ਹੈ, ਪਤੀ ਜਿਹੜਾ ਵਾ ਆਪਣੇ ਮਾਂ-ਬਾਪ ਨੂੰ ਅਹਿਮੀਅਤ ਦੇ ਰਿਹਾ। ਇੱਕ ਦੂਸਰੇ ਨੂੰ ਸਮਝਣ ਦੀ ਬਜਾਏ ਇੱਕ ਦੂਸਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇਲੂਇਆ। ਕਿਤੇ ਦੂਰ ਤੋਂ ਡੈਥ ਹੋ ਜੇ ਨਾ ਪਤਨੀ ਦੇ ਰਿਸ਼ਤੇਦਾਰਾਂ ਦੀ, ਗਾੜੀ ਅੱਗੇ ਚਾਚੇ ਦੇ ਗਾੜੀ ਉਹਨਾਂ ਦੇ ਵੀ ਗਾੜੀ ਦੂਰ ਦਾ ਕੋਈ ਰਿਸ਼ਤੇਦਾਰੀ ਹੋਵੇ, ਉਹਨਾਂ ਦੇ ਵਿੱਚ ਕੋਈ ਡੈਥ ਹੋ ਗਈ ਹੈ, ਤੇ ਇਸ ਜਗ੍ਹਾ ਤੇ ਸਾਡੇ ਆਪਣੇ ਘਰ ਵਿੱਚ ਫਸਾਦ ਪਿਆ ਹੁੰਦਾ, ਸਾਡੇ ਆਪਣੇ ਘਰ ਵਿੱਚ ਲੜਾਈ ਝਗੜਾ ਹੋ ਰਿਹਾ ਹੁੰਦਾ ਵਾ ਕਿ ਅਸੀਂ ਉਸ ਜਗ੍ਹਾ ਤੇ ਗਏ ਨਹੀਂ, ਅਸੀਂ ਉਸ ਜਗ੍ਹਾ ਤੇ ਇਦਾਂ ਹੋ ਗਿਆ, ਜਿੱਦਾਂ ਹੋ ਗਿਆ, ਪਤੀ ਦੇ ਨਾਲ ਅਸੀਂ ਝਗੜ ਰਹੇ ਹਾਂ। ਹਾਲੇਲੂਇਆ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਲੜਾਈ ਕਿਸੇ ਦੇ ਘਰ ਦੀ ਹੁੰਦੀ ਹੈ, ਪ੍ਰੋਬਲਮ ਕਿਸੇ ਦੇ ਘਰ ਦੀ ਹੁੰਦੀ ਆ। ਅਸੀਂ ਆਪਣੇ ਘਰ ਵਿੱਚ ਚੁੱਕ ਕੇ ਲੈ ਆਉਂਦੇ ਪ੍ਰੋਬਲਮ ਨੂੰ, ਅਸੀਂ ਆਪਣੇ ਘਰ ਵਿੱਚ ਲੜਾਈ ਝਗੜਾ ਜਿਹੜਾ ਵਾ ਉਹ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਮੇਸ਼ਵਰ ਨੇ ਤੁਹਾਨੂੰ ਦੋਨੋਂ ਨੂੰ ਇੱਕ ਬਣਾਇਆ। ਪਰਮੇਸ਼ਵਰ ਬਲੈਸ ਵੀ ਤਾਂ ਕਰੇਗਾ ਜੇ ਤੁਸੀਂ ਇੱਕ ਹੋਵੋਗੇ। ਤੇ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਜਾਣਗੀਆਂ ਜੇ ਪਤੀ ਪਤਨੀ ਦੀ ਬਣ ਨਹੀਂ ਰਹੀ। ਜੇ ਪਤੀ ਪਤਨੀ ਇੱਕ ਨਹੀਂ ਹੈ, ਤੁਹਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਰੁਕੀਆਂ ਰਹਿਣਗੀਆਂ। ਹਾਲੇਲੂਇਆ। ਸੋ ਇਹਨਾਂ ਗੱਲਾਂ ਨੂੰ ਸਮਝੋ, ਇਹਨਾਂ ਗੱਲਾਂ ਨੂੰ ਜਾਣੋ ਕਿ ਤੁਸੀਂ ਦੋਨੋਂ ਇੱਕ ਹੋ। ਪਰਮੇਸ਼ਵਰ ਨੇ ਸਾਡੀ ਲੜਾਈ, ਪਰਮੇਸ਼ਵਰ ਨੇ ਕਿਹਾ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ। ਕੋਈ ਜਨ ਸੀ ਆਪਣੀ ਪਤਨੀ ਨੂੰ ਹਰ ਰੋਜ਼ ਮਾਰਦਾ ਹੁੰਦਾ ਸੀ, ਹਰ ਰੋਜ਼ ਸ਼ਾਮ ਨੂੰ ਉਹਨੇ ਆਣ ਕੇ ਆਪਣੀ ਪਤਨੀ ਨੂੰ ਕੁੱਟਣਾ। ਇੱਕ ਦਿਨ ਕੀ ਹੋਇਆ ਕਿ ਉਹ ਲੇਟ ਹੋ ਗਿਆ ਕੰਮ ਤੋਂ, ਤੇ ਉਹਦੀ ਪਤਨੀ ਰਾਤ 11-12 ਵੱਜ ਗਏ, ਉਹਦੀ ਪਤਨੀ ਬੈਠੀ ਹੋਈ ਹੈ, ਤੇ ਉਹ ਜਦੋਂ ਵਾਪਸ ਆਇਆ ਤੇ ਉਹ ਕਹਿੰਦਾ ਤੂੰ ਸੁੱਤੀ ਨਹੀਂ ਅਜੇ? ਉਹ ਕਹਿੰਦੀ ਕਿ ਤੁਸੀਂ ਆਣ ਕੇ ਮੈਨੂੰ ਉਠਾ ਕੇ ਕੁੱਟੋਗੇ ਤੇ ਫਿਰ ਮੇਰੀ ਨੀਂਦ ਖਰਾਬ ਹੋਏਗੀ, ਇਸ ਕਰਕੇ ਮੈਂ ਸੋਚਿਆ ਕਿ ਹੁਣੇ
ਜਾਗਦੀ ਰਹਿੰਦੀ ਆ ਤਾਂ ਕਿ ਮਤਲਬ ਕਿ ਮੈਨੂੰ ਕੁੱਟ ਕੇ ਨਾ ਜਗਾਵੇ। ਸਾਡੀਆਂ ਆਦਤਾਂ, ਸਾਡੀ ਹੈਬਿਟਸ, ਇਹਨਾਂ ਨੂੰ ਬਦਲਣ ਦੀ ਜ਼ਰੂਰਤ ਹੈ। ਆਪਣੀ ਵਾਈਫ ਨੂੰ ਕੰਪੇਅਰ ਕਰਨਾ, ਆਪਣੇ ਪਤੀ ਨੂੰ ਕੰਪੇਅਰ ਕਰਨਾ। ਦੂਸਰਾ, ਇੱਕ ਦੂਸਰੇ ਉੱਤੇ ਸ਼ੱਕ। ਹਾਲੇਲੂਇਆ। ਇੱਕ ਦੂਸਰੇ ਨੂੰ ਸ਼ੱਕ ਦੀ ਹਰ ਵਕਤ, ਇੱਕ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ, ਹਰ ਵਕਤ ਇੱਕ ਦੂਸਰੇ ਤੇ ਸ਼ੱਕ ਕਰਦੇ ਰਹਿਣਾ। ਤੂੰ ਕੋਠੇ ਤੇ ਕਿਉਂ ਗਿਆ ਸੀ? ਤੂੰ ਕੋਠੇ ਤੇ ਕਿਉਂ ਗਈ ਸੀ? ਫੋਨ ਰਾਤ ਨੂੰ ਉੱਠ ਕੇ ਫੋਨ ਚੈਕਿੰਗ ਕਰਨਾ ਇੱਕ ਦੂਸਰੇ ਦਾ। ਹਾਲੇਲੂਇਆ। ਸ਼ੱਕ ਜਿਹੜਾ ਹੈ ਉਹ ਘਰਾਂ ਨੂੰ ਬਰਬਾਦ ਕਰ ਦਿੰਦਾ ਹੈ, ਪਤੀ ਪਤਨੀ ਨੂੰ ਬਰਬਾਦ ਕਰ ਦਿੰਦਾ। ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ, ਜਿਹੜੇ ਦੋ ਪ੍ਰੋਬਲਮਸ ਮੈਂ ਸ਼ੇਅਰ ਕੀਤਾ, ਕੰਪੈਰੀਜ਼ਨ, ਦੂਸਰਾ ਸ਼ੱਕ। ਇੱਕ ਦੂਸਰੇ ਦੇ ਉੱਪਰ ਸ਼ੱਕ ਕਰਨਾ, ਇੱਕ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ, ਇੱਕ ਦੂਸਰੇ ਨੂੰ ਸ਼ੱਕ ਦੇ ਲਿਹਾਜ਼ੇ ਦੇ ਨਾਲ ਦੇਖਣਾ। ਇਹ ਦੋ ਚੀਜ਼ਾਂ ਜਿਹੜੀਆਂ ਪਤੀ ਪਤਨੀ ਦੇ ਲਾਈਫ ਨੂੰ ਡਿਸਟਰੋਏ ਕਰ ਰਹੀਆਂ, ਪਤੀ ਪਤਨੀ ਦੀ ਲਾਈਫ ਨੂੰ ਖਤਮ ਕਰ ਰਹੀਆਂ। ਹਾਂ, ਪ੍ਰੋਬਲਮਸ ਹੋਰ ਵੀ ਹੈ, ਲੇਕਿਨ ਮੈਂ ਕੁਝ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਪਤੀ ਪਤਨੀ ਦੀ ਲਾਈਫ ਨੂੰ ਜਿਹੜਾ ਡਿਸਟਰੋਏ ਕਰ ਰਹੀਆਂ। ਹਾਲੇਲੂਇਆ। ਅੱਜ ਪਤੀ ਬਾਹਰ ਤੋਂ ਆਵੇ ਤੇ ਪਤਨੀ ਜਿਹੜੀ ਆ ਆਉਂਦਿਆਂ ਸਾਰ ਪਾਣੀ ਪੁੱਛਣ ਦੀ ਬਜਾਏ, ਰੋਟੀ ਪੁੱਛਣ ਦੀ ਬਜਾਏ, ਤੁਸੀਂ ਖਾਦਾ ਕਿ ਨਹੀਂ, ਕੁਛ ਖਾਦਾ, ਕਿੱਥੋਂ ਆਏ ਹੋ, ਕਿਹਦੇ ਨਾਲ ਸੀ, ਇੰਨਾ ਟਾਈਮ ਕਿੱਦਾਂ ਲੱਗ ਗਿਆ, ਤੁਹਾਡਾ ਫੋਨ ਕੋ ਬਿਜ਼ੀ ਆਣ ਡਿਆ ਸੀ, ਕਿਹਦੇ ਨਾਲ ਗੱਲ ਕਰਦੇ ਪਏ ਸੀ। ਹਾਲੇਲੂਇਆ। ਪਤੀ ਬਾਹਰੋਂ ਆਉਂਦੇ ਸਾਰ ਪੁੱਛਦਾ ਘਰ ਕੌਣ ਆਇਆ ਸੀ, ਕਿਉਂ ਆਇਆ ਸੀ, ਕੀ ਗੱਲ ਸੀ, ਕਿੰਨਾ ਚਿਰ ਬੈਠਾ। ਆਉਂਦੇ ਸਾਰੀ ਕੋਈ ਬਾਹਰ ਤੋਂ ਆ ਰਿਹਾ, ਫੋਨ ਪਹਿਲੋਂ ਆਪਣਾ ਫੋਨ ਦਿਖਾ ਮੈਨੂੰ। ਹਾਲੇਲੂਇਆ। ਅਸੀਂ ਇਹ ਚੀਜ਼ ਨੂੰ ਸਮਝ ਨਹੀਂ ਰਹੇ। ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਜੋ ਲਾਈਫ ਪਾਰਟਨਰ ਤੁਹਾਡੀ ਲਾਈਫ ਵਿੱਚ ਫਸਟ ਟਾਈਮ ਆ ਰਿਹਾ, ਉਸ ਤੋਂ ਬਾਅਦ ਵਿੱਚ ਜਿਹੜਾ ਜਿੰਨੇ ਵੀ ਆ ਜਾਣ, ਤੁਹਾਡੀ ਲਾਈਫ ਜਿਹੜੀ ਹੈ ਸੈੱਟ ਨਹੀਂ ਹੋ ਸਕਦੀ। ਹਾਲੇਲੂਇਆ। ਬਾਈਬਲ ਵਿੱਚ ਤਲਾਕ ਦਾ ਜ਼ਿਕਰ ਨਹੀਂ ਹੈ ਕਿ ਅਸੀਂ ਤਲਾਕ ਦੇ ਸਕਦੇ ਹਾਂ, ਕਿ ਅਸੀਂ ਆਪਣੀ ਪਤਨੀ ਨੂੰ ਛੱਡ ਕੇ ਦੂਸਰੇ ਨਾਲ ਰਹਿਣਾ ਸ਼ੁਰੂ ਕਰ ਦਈਏ। ਜੇ ਅਸੀਂ ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ ਛੱਡ ਕੇ, ਜਿਉਂਦਾ ਛੱਡ ਕੇ ਤੇ ਦੂਸਰੀ ਸ਼ਾਦੀ ਕਰ ਲੈਂਦੇ ਹਾਂ, ਅਸੀਂ ਜਨਾਹਕਾਰੀ ਕਰਦੇ ਹਾਂ, ਅਸੀਂ ਹਰਾਮਕਾਰੀ ਕਰਦੇ ਹਾਂ। ਹਾਲੇਲੂਇਆ। ਆਪਣੀ ਪਤਨੀ ਦੇ ਨਾਲ ਮਿਲੇ ਰਹਿਣਾ, ਆਪਣੇ ਪਤੀ ਦੇ ਨਾਲ ਮਿਲੇ ਰਹਿਣਾ। ਸ਼ੱਕ ਨੂੰ, ਜਿਹੜਾ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਉਹ ਹੈ ਵਿਸ਼ਵਾਸ ਦਾ ਰਿਸ਼ਤਾ। ਸਾਡੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਅਸੀਂ ਕਿਤੇ ਵੀ ਰਹੀਏ, ਬਾਈਬਲ 'ਚ ਲਿਖਿਆ ਕਿ ਜਿਹੜੀ ਚੰਗੀ ਪਤਨੀ ਹੈ, ਉਹਦੇ ਭਰਤਾ ਦਾ ਮਨ ਉਹਦੇ ਉੱਤੇ ਖੁਸ਼ ਰਹਿੰਦਾ। ਉਹ ਕਿਤੇ ਵੀ ਜਾਵੇ, ਉਸ ਨੂੰ ਆਪਣੀ ਪਤਨੀ ਦੇ ਉੱਤੇ ਭਰੋਸਾ ਰਹਿੰਦਾ ਹੈ, ਉਹਨੂੰ ਆਪਣੀ ਪਤਨੀ ਦੇ ਉੱਤੇ ਵਿਸ਼ਵਾਸ ਰਹਿੰਦਾ ਹੈ ਕਿ ਮੈਂ ਜਿੱਥੇ ਵੀ ਹੋ ਕੇ ਆਵਾਂ, ਮੈਂ ਜਿੱਥੋਂ ਵੀ ਜਾ ਕੇ ਆਵਾਂ, ਮੇਰੀ ਪਤਨੀ ਜਿਹੜੀ ਆ ਮੇਰੀ ਹੈ। ਸਿਰਫ ਸੇਮ ਟੂ ਹਸਬੈਂਡ ਆਲਸੋ, ਕਿ ਮੇਰਾ ਹਸਬੈਂਡ ਸਿਰਫ ਮੇਰਾ ਹੀ ਹੈ। ਹਾਲੇਲੂਇਆ। ਸੋ ਜੇ ਅਸੀਂ ਖੁਦਾ ਦੇ ਵਿੱਚ ਵਧਣਾ ਚਾਹੁੰਦੇ ਹਾਂ, ਪਹਿਲਾਂ ਇਹਨਾਂ ਮਸਲਿਆਂ ਦੇ ਉੱਤੇ ਸਾਨੂੰ ਕੰਟਰੋਲ ਕਰਨਾ ਪਏਗਾ, ਇੱਕ ਦੂਸਰੇ ਨੂੰ ਸਮਝਣਾ ਪਏਗਾ। ਕੋਈ ਸਾਡੇ ਮਨ ਵਿੱਚ ਗੱਲ ਚੱਲ ਰਹੀ ਆ, ਬੈਠੋ ਦੋਨੋਂ ਜੀ, ਸਮਝਾਓ ਇੱਕ ਦੂਸਰੇ ਨੂੰ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਖੁਦਾ ਕੋ ਆशीषां चाह रहे हैं। हालेलुया। पर ਅਸੀਂ ਇੱਕ ਦੂਸਰੇ ਨਾਲ ਮਿਲ ਕੇ ਸਹਿਮਤ ਨਹੀਂ ਹੈ। तीसरी चीज, इन लॉज। तीसरी सब तो बड़ी प्रॉब्लम, पहली सी कंपैरिजन, दूसरी सी शक, तीसरी इन लॉज। साडे सौरे पत्नी जिहड़ी है वो पति दे पेरेंट्स नूं वधिया नहीं जानती, पति जिहड़ा है वो पत्नी दे पेरेंट्स नूं वधिया नहीं जानता। इन्हां दोनों विच एक अंदर युद्ध लग्या होया। देखिए, ये दिल दोनों जियां दे एक होने चाहिए। परमेश्वर ने तुहानूं दोनों जियां नूं एक कीता। हालेलुया।
ਕਿ ਅਸੀਂ ਇੱਕ ਦੂਸਰੇ ਦੇ ਇਨ ਲੋ, ਇੱਕ ਦੂਸਰੇ ਦੇ ਜਿਹੜੇ ਮਾਂ-ਬਾਪ ਹੈ, ਇੱਕ ਦੂਸਰੇ ਦੇ ਜਿਹੜੇ ਪੇਰੈਂਟਸ ਆ, ਉਹਨਾਂ ਨੂੰ ਵੀ ਅਸੀਂ ਫੁੱਲ ਰਿਸਪੈਕਟ ਆਪਣੀ ਲਾਈਫ ਵਿੱਚ ਦਈਏ। ਹਾਲੇਲੂਇਆ। ਅਸੀਂ ਇਹਨਾਂ ਚੀਜ਼ਾਂ ਨੂੰ ਜਾਣਨਾ ਚਾਹੀਦਾ ਕਿ ਜਿਹੜੀ ਮੇਰੀ ਪਤਨੀ ਦੀ ਬਿਲੋਂਗਿੰਗਸ ਹੈ, ਜੋ ਵੀ ਮੇਰੀ ਪਤਨੀ ਦਾ ਹੈ, ਮੇਰੀ ਪਤਨੀ ਦੇ ਘਰ ਵਾਲੇ, ਮੇਰੀ ਪਤਨੀ ਦੇ ਰਿਸ਼ਤੇਦਾਰ, ਮੇਰੀ ਪਤਨੀ ਦੇ ਭਰਾ, ਮੇਰੀ ਪਤਨੀ ਦੀਆਂ ਸਿਸਟਰਸ, ਉਹਨਾਂ ਦੀ ਵੀ ਰਿਸਪੈਕਟ ਕਰਨੀ ਸੇਮ ਵੇ। ਇੱਕ ਪਤਨੀ ਜਿਹੜੀ ਹੈ ਉਹਨੂੰ ਆਪਣੇ ਜਿਹੜੇ ਪਤੀ ਦੇ, ਕਿਉਂਕਿ ਜੇ ਤੁਸੀਂ ਆਪਣੇ ਪਤੀ ਨੂੰ ਪਿਆਰ ਕਰਦੀਆਂ ਜੀ ਤੇ ਆਪਣੇ ਪਤੀ ਦੇ ਮਾਂ-ਬਾਪ ਨੂੰ ਪਿਆਰ ਨਹੀਂ ਕਰਦੀਆਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਆਪਣੀ ਪਤਨੀ ਨੂੰ ਪਿਆਰ ਕਰਦੇ ਹਾਂ ਤੇ ਉਹਦੇ ਮਾਂ-ਬਾਪ ਨੂੰ ਪਿਆਰ ਨਹੀਂ ਕਰਦੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਹਾਲੇਲੂਇਆ। ਇੱਕ ਸ਼ਖਸ ਨੂੰ ਪਿਆਰ ਕਰਨਾ ਸਿਰਫ ਕਿ ਮੈਂ ਤਾਂ ਸਿਰਫ ਆਪਣੀ ਪਤਨੀ ਨੂੰ ਪਿਆਰ ਕਰਨਾ, ਬਾਕੀ ਮੇਰੇ ਵਾਸਤੇ ਕੁਝ ਨਹੀਂ। ਮੈਂ ਤਾਂ ਸਿਰਫ ਆਪਣੇ ਪਤੀ ਨੂੰ ਪਿਆਰ ਕਰਨਾ, ਬਾਕੀ ਮੇਰੇ ਵਾਸਤੇ ਕੁਝ ਨਹੀਂ। ਹਾਲੇਲੂਇਆ। ਸਮਝਦੇ ਇਸ ਗੱਲ? ਸੋ ਸਾਨੂੰ ਜ਼ਰੂਰੀ ਆ, ਅਸੀਂ ਆਪਣੀ ਲਾਈਫ ਨੂੰ ਖੁਸ਼ ਜ਼ਰੂਰ ਰਹਿਣਾ ਚਾਹੁੰਦੇ ਹਾਂ, ਪਰ ਅਸੀਂ ਸਮਝਦੇ ਨਹੀਂ ਕਿ ਖੁਸ਼ੀ ਕਾਹਦੇ ਵਿੱਚ ਹੈ। ਆਪਣੀ ਪਤਨੀ ਦੀ ਖੁਸ਼ੀ ਦਾ ਧਿਆਨ ਰੱਖੋ, ਆਪਣੇ ਪਤੀ ਦੀ ਖੁਸ਼ੀ ਦਾ ਧਿਆਨ ਰੱਖੋ। ਇਹ ਸਭ ਕੁਝ ਬਾਈਬਲ ਤੋਂ ਲਿਆ ਜਾ ਰਿਹਾ ਹੈ। ਹਾਲੇਲੂਇਆ। ਕਿਉਂਕਿ ਤਲਾਕ ਜਦੋਂ ਤੁਸੀਂ ਕਰਦੇ ਹੋ, ਅਸੀਂ ਸੋਚਦੇ ਹਾਂ ਕਿ ਮੈਂ ਇਹ ਪਤਨੀ ਨੂੰ ਛੱਡ ਕੇ ਦੂਸਰੀ ਪਤਨੀ ਲੈ ਆਵਾਂਗਾ ਆਪਣੀ ਲਾਈਫ ਵਿੱਚ। ਦਿਸ ਇਜ਼ ਅਨਐਥੀਕਲ। ਇਹ ਬਾਈਬਲ ਦੇ ਵਿੱਚੋਂ ਨਹੀਂ ਹੈ। ਤਲਾਕ ਦਾ ਜ਼ਿਕਰ ਨਹੀਂ ਬਾਈਬਲ ਦੇ ਵਿੱਚ ਕਿ ਕੋਈ ਜਨ ਜਿਹੜਾ ਤਲਾਕ, ਕ੍ਰਿਸਚਨ ਮੈਰਿਜ ਜਿਹੜੀ ਕ੍ਰਿਸਚਨ, ਦੂਸਰੇ ਵੀ ਮੈਂ ਇਨਵੋਲਵ ਕਰਾਂਗਾ, ਹਰ ਧਰਮ ਦੇ ਲੋਕ ਜਿਹੜੇ ਆ, ਕਿਸੇ ਵੀ ਤਰੀਕੇ ਦੇ ਨਾਲ ਜੋ ਤੁਹਾਡੀ ਪਤਨੀ ਨੂੰ ਹਮੇਸ਼ਾ ਉਹਦੇ ਨਾਲ ਸਾਥ ਨਿਭਾਓ, ਆਪਣੇ ਪਤੀ ਦੇ ਨਾਲ ਹਮੇਸ਼ਾ ਸਾਥ ਨਿਭਾਓ। ਹਾਲੇਲੂਇਆ। ਪਰਿਵਾਰ ਦੇ ਵਿੱਚ ਖੁਸ਼ ਰਹਿਣਾ। ਚੌਥੀ ਚੀਜ਼, ਪਰਿਵਾਰ ਦੇ ਵਿੱਚ ਖੁਸ਼ ਰਹਿਣਾ, ਉਦਾਸੀ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਢਣਾ, ਆਨੰਦਿਤ ਨਜ਼ਰ ਆਉਣਾ। ਹਾਲੇਲੂਇਆ। ਜੇ ਮੰਨ ਲਓ ਇੱਕ ਪਤੀ ਘਰ ਦੇ ਵਿੱਚ ਆਇਆ, ਬਾਹਰੋਂ ਜਦੋਂ ਕੰਮ ਤੋਂ ਆਇਆ, ਕੋਈ ਪਰੇਸ਼ਾਨੀ, ਕੰਮ ਦੇ ਉੱਪਰ ਕੋਈ ਪਰੇਸ਼ਾਨੀ ਹੋ ਗਈ, ਆਣ ਕੇ ਉਹ 2-4 ਦਿਨ ਆਪਣੇ ਘਰ ਵਿੱਚ ਬੈਠਾ ਵਾ ਤੇ ਬੜਾ ਉਦਾਸ ਰਹਿ ਰਿਹਾ, ਸੋਚੀ ਜਾ ਰਿਹਾ। ਪਤਨੀ ਬਾਰ-ਬਾਰ ਪੁੱਛ ਰਹੀ, ਕੀ ਹੋ ਗਿਆ ਤੁਹਾਨੂੰ, ਮੈਨੂੰ ਦੱਸੋ ਤਾਂ ਸਹੀ, ਕੀ ਪ੍ਰੋਬਲਮ ਕੀ, ਆਪਾਂ ਬੈਠ ਕੇ ਗੱਲ ਕਰਦੇ ਹਾਂ। ਨਹੀਂ ਕੋਈ ਗੱਲ ਨਹੀਂ, ਤੂੰ ਬਸ ਆਪਣਾ ਕੰਮ ਕਰ, ਮੈਂ ਆਪਣੇ ਆਪ ਦੇਖ ਲਵਾਂਗਾ। ਬਸ ਪਤਨੀ ਵੀ ਉਦਾਸ, ਪਤੀ ਵੀ ਉਦਾਸ। ਘਰ ਦੇ ਵਿੱਚ ਜਦੋਂ ਉਦਾਸੀ ਜਿਹੜੀ ਆ ਆਉਣੀ ਸ਼ੁਰੂ ਹੋ ਗਈ, ਉਦੋਂ ਉਸ ਤੋਂ ਬਾਅਦ ਜਿਹੜੀਆਂ ਦੂਰੀਆਂ ਜਿਹੜੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਹਾਲੇਲੂਇਆ। ਤੁਹਾਨੂੰ ਦੋਨਾਂ ਨੂੰ ਪਰਮੇਸ਼ਰ ਨੇ ਬਰਕਤ ਦਿੱਤੀ, ਪਤੀ ਪਤਨੀ ਨੂੰ, ਤੁਹਾਨੂੰ ਦੋਨਾਂ ਨੂੰ ਪਰਮੇਸ਼ਰ ਨੇ ਬਲੈਸ ਕੀਤਾ ਕਿ ਤੁਸੀਂ ਦੋਨੋਂ ਬਲੈਸ ਹੋਣੇ ਚਾਹੀਦੇ, ਤੁਸੀਂ ਦੋਨੋਂ ਇੱਕ ਹੋਵੋਗੇ ਤੇ ਬਲੈਸ ਹੋਵੋਗੇ। ਇਸ ਜਗ੍ਹਾ ਤੇ ਵੱਖਰੀ ਬਰਕਤ ਨਹੀਂ ਦਿੱਤੀ ਦੋਨਾਂ ਨੂੰ। ਤੁਸੀਂ ਪੜ੍ਹ ਕੇ ਦੇਖੋ, ਲਿਖਿਆ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਸ ਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਆਕਾਸ਼ ਦੀਆਂ ਪੰਛੀਆਂ ਅਤੇ ਸਾਰੇ ਧਰਤੀ ਪਰ ਕਿਸਰਨ ਵਾਲਿਆਂ ਜੀਵਾਂ ਉੱਤੇ ਰਾਜ ਕਰੋ। ਸਿੰਗਲ ਬਲੈਸਿੰਗ ਨਹੀਂ ਹੈ ਕਿ ਪਤੀ ਨੂੰ ਅਲੱਗ ਬਲੈਸਿੰਗ ਦਿੱਤੀ ਹੈ, ਪਤਨੀ ਨੂੰ ਅਲੱਗ ਬਲੈਸਿੰਗ ਦਿੱਤੀ ਹੈ ਕਿ ਜੋ ਤੁਸੀਂ ਅਲੱਗ ਵੀ ਹੋ ਜਾਓਗੇ ਤੇ ਤੁਹਾਡੀਆਂ ਬਲੈਸਿੰਗਸ ਤੁਹਾਡੇ ਨਾਲ ਕਾਇਮ ਰਹਿਣਗੀਆਂ। ਨੋ, ਇਟਸ ਨਾਟ ਲਾਈਕ ਦੈਟ। ਪਰਮੇਸ਼ਰ ਨੇ ਤੁਹਾਨੂੰ ਦੋਨਾਂ ਨੂੰ, ਪਰਮੇਸ਼ਰ ਨੇ ਕਿਹਾ ਕਿ ਤੁਸੀਂ ਦੋਨੋਂ ਪਰਮੇਸ਼ਰ ਦੀਆਂ ਆਸ਼ੀਸ਼ਾਂ ਦੇ ਸਾਂਝੇ ਅਧਿਕਾਰੀ, ਪਰਮੇਸ਼ਰ ਦੀਆਂ ਬਰਕਤਾਂ ਦੇ ਸਾਂਝੇ ਅਧਿਕਾਰੀ, ਪਰਮੇਸ਼ਰ ਦੀਆਂ ਰਹਿਮਤਾਂ ਦੇ ਸਾਂਝੇ ਅਧਿਕਾਰੀ। ਤੁਸੀਂ ਦੋਨੋਂ ਇੱਕ ਹੋਗੇ ਤੇ ਤੁਹਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ। ਗੌਰ ਨਾਲ ਸੁਣਨਾ ਮੇਰੀ ਗੱਲ ਨੂੰ। ਤੁਸੀਂ ਦੋਨੋਂ ਇੱਕ ਹੋਗੇ ਤੇ ਤੁਹਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ। ਹਾਲੇਲੂਇਆ। ਕੀ ਕਰਨਾ ਚਾਹੀਦਾ ਸਾਨੂੰ ਇੱਕ ਹੋਣ ਵਾਸਤੇ? ਇੱਕ ਚੀਜ਼ ਨੂੰ, ਇਸ ਚੀਜ਼ ਨੂੰ ਜ਼ਰੂਰ ਜਾਣਨਾ ਕਿ ਕੀ ਕਰਨਾ ਚਾਹੀਦਾ ਸਾਨੂੰ ਇੱਕ ਹੋਣ ਵਾਸਤੇ। ਤੁਸੀਂ ਦੋਨੋਂ ਜੀ ਇਕੱਠੇ ਪ੍ਰਾਰਥਨਾ ਕਰੋ। ਦਿਨ 'ਚ ਇੱਕ ਵਾਰ ਐਸਾ ਟਾਈਮ ਹੋਣਾ ਚਾਹੀਦਾ ਜਦੋਂ ਤੁਸੀਂ ਦੋਨੋਂ ਜੀ ਪ੍ਰਾਰਥਨਾ ਦੇ ਵਿੱਚ ਬੈਠੇ ਹੋਣੇ ਚਾਹੀਦੇ ਆ। ਦਿਨ ਦੇ ਵਿੱਚ ਇੱਕ ਐਸਾ ਟਾਈਮ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਦੋਨੋਂ ਜੀ ਪ੍ਰਾਰਥਨਾ ਦੇ ਵਿੱਚ ਬੈਠੇ ਹੋਣੇ ਚਾਹੀਦੇ ਆ। ਹਾਲੇਲੂਇਆ, ਹਾਲੇਲੂਇਆ। ਜਿਹੜੇ ਇਕੱਠੇ ਪ੍ਰਾਰਥਨਾ ਕਰਦੇ ਆ ਉਹ ਹਮੇਸ਼ਾ ਇਕੱਠੇ ਰਹਿਣਗੇ। ਜੇ ਤੁਸੀਂ ਦੋਨੋਂ ਜੀ ਇਕੱਠੇ ਅਜੇ ਤੱਕ ਪ੍ਰਾਰਥਨਾ ਨਹੀਂ ਕਰ ਰਹੇ ਹੋ, ਸ਼ੁਰੂ ਕਰੋ ਅੱਜ ਤੋਂ ਬਾਅਦ ਵਿੱਚ। ਜੇ ਤੁਸੀਂ ਇੱਕ ਹੋਣਾ ਚਾਹੁੰਦੇ ਹੋ, ਜੇ ਤੁਸੀਂ ਆਪਣੀ ਲਾਈਫ 'ਚ ਖੁਸ਼ ਰਹਿਣਾ ਚਾਹੁੰਦੇ ਹੋ। ਹਾਲੇਲੂਇਆ। ਦੂਸਰਾ, ਆਪਣੇ ਪਤੀ ਪਤਨੀ ਤੋਂ ਕੁਛ ਵੀ ਲੁਕਾਓ ਨਾ।
ਹਾਲੇਲੂਇਆ। ਹਰ ਇੱਕ ਚੀਜ਼ ਸਾਡੇ ਵਿੱਚ ਓਪਨ ਹੋਣੀ ਚਾਹੀਦੀ ਹੈ। ਕਿੰਨੇ ਅਸੀਂ ਕਮਾ ਰਹੇ ਹਾਂ, ਕਿੰਨੇ ਅਸੀਂ ਖਰਚ ਰਹੇ ਹਾਂ, ਕੀ ਅਸੀਂ ਕਰ ਰਹੇ ਹਾਂ, ਆਪਣੇ ਮਾਂ-ਬਾਪ ਨੂੰ ਅਸੀਂ ਕੀ ਦੇ ਰਹੇ ਹਾਂ ਜਾਂ ਕੀ ਲੈ ਰਹੇ ਹਾਂ ਉਹਨਾਂ ਦੇ ਕੋਲੋਂ। ਹਾਲੇਲੂਇਆ। ਹਰ ਇੱਕ ਜਨ ਜਿਹੜਾ ਵਾ ਉਹ ਓਪਨ ਮਾਈਂਡ ਰਵੇ ਆਪਣੀ ਵਾਈਫ ਦੇ ਨਾਲ, ਆਪਣੇ ਪਤੀ ਦੇ ਨਾਲ। ਜਦੋਂ ਅਸੀਂ ਲੁਕਾਉਣਾ ਸ਼ੁਰੂ ਕਰ ਦਿੱਤਾ ਨਾ, ਇਹਨਾਂ ਇਸ ਜਗ੍ਹਾ ਤੇ ਜਦੋਂ ਹਵਾ ਭਰਮਾਈ ਗਈ ਤੇ ਇੱਕ ਦਿਨ ਦੇ ਵਿੱਚ ਨਹੀਂ ਭਰਮਾਈ ਗਈ। ਗੌਰ ਨਾਲ ਸੁਣਨਾ, ਇੱਕ ਦਿਨ ਦੇ ਵਿੱਚ ਨਹੀਂ ਹਵਾ ਭਰਮਾਈ ਗਈ। ਸ਼ੈਤਾਨ ਨੇ ਬਹੁਤ ਵਾਰ ਟਰਾਈ ਕੀਤਾ, ਪਰ ਹਵਾ ਦਾ ਜਦੋਂ ਪਤੀ ਨਾਲ ਹੁੰਦਾ ਸੀ ਉਹਨਾਂ ਦੀ ਗੱਲ ਨਹੀਂ ਸੁਣੀ। ਜਿਸ ਦਿਨ ਉਹਦਾ ਪਤੀ ਨਾਲ ਨਹੀਂ ਸੀ, ਉਹਦਾ ਪਤੀ ਸੋਇਆ ਹੋਇਆ ਸੀ, ਉਹਦਾ ਪਤੀ ਕਿਤੇ ਇੱਧਰ ਉੱਧਰ ਸੀ, ਉਹਦੇ ਕੋਲੋਂ ਚਲ ਗਈ ਇਹ ਗੱਲ ਸੁਣਨ ਵਾਸਤੇ ਕਿ ਦੱਸ ਤੂੰ ਮੈਨੂੰ ਆਵਾਜ਼ ਮਾਰ ਰਿਹਾ ਸੀ। ਇਸ ਗੱਲ ਨੂੰ ਗੌਰ ਨਾਲ ਸੁਣੋ। ਪਤੀ ਸੋਵੋ ਨਾ, ਆਪਣੀ ਪਤਨੀ ਦੀਆਂ ਜ਼ਰੂਰਤਾਂ ਨੂੰ ਸਮਝੋ। ਹਰ ਇੱਕ ਜ਼ਰੂਰਤ ਨੂੰ, ਫਿਜ਼ੀਕਲ, ਆਤਮਿਕ, ਪੈਸੇ ਵਾਲੀ ਹਰ ਇੱਕ ਜ਼ਰੂਰਤ ਨੂੰ ਇੱਕ ਪਤੀ ਦੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਪਤਨੀ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਨਾ। ਇੱਕ ਪਤਨੀ ਦੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਪਤੀ ਦੀ ਹਰ ਇੱਕ ਜ਼ਰੂਰਤ ਨੂੰ ਆਪਣੀ ਲਾਈਫ ਦੇ ਵਿੱਚੋਂ ਪੂਰਾ ਕਰਨਾ। ਹਰ ਇੱਕ ਕੰਡੀਸ਼ਨ ਦੇ ਵਿੱਚ, ਹਰ ਇੱਕ ਸਿਚੁਏਸ਼ਨ ਦੇ ਵਿੱਚ ਮੈਂ ਆਪਣੇ ਪਤੀ, ਆਪਣੀ ਪਤਨੀ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ। ਹਾਲੇਲੂਇਆ, ਥੈਂਕ ਯੂ ਲਾਰਡ ਜੀਸਸ। ਜਦੋਂ ਆਦਮ ਤੋਂ ਅਲੱਗ ਹਵਾ ਨੇ ਗੱਲ ਸੁਣੀ ਤਾਂ ਉਹ ਭਰਮਾਈ ਗਈ। ਹਾਲੇਲੂਇਆ। ਇੱਕ ਸੇਵਕ ਜਿਹੜਾ ਸੇਵਕਾਈ ਕਰ ਰਿਹਾ, ਬੜੇ ਲੋਕ ਤੁਹਾਡੇ ਕੋਲ ਆਉਣਗੇ, ਬੜੀਆਂ ਲੇਡੀਜ਼ ਆਉਣਗੀਆਂ ਤੁਹਾਡੇ ਕੋਲੋਂ ਆਪਣੀ ਪਰਸਨਲ ਪ੍ਰੋਬਲਮਸ ਸ਼ੇਅਰ ਕਰਨ ਦੇ ਵਾਸਤੇ। ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਬੈਠਾ ਹੋਣਾ ਚਾਹੀਦਾ ਹੈ, ਜਿਹਦੇ ਨਾਲ ਤੁਸੀਂ ਪਾਪ ਨੂੰ ਆਪਣੀ ਲਾਈਫ ਚੋਂ ਅਵੋਇਡ ਕਰ ਸਕਦੇ ਹੋ। ਜਦੋਂ ਤੁਸੀਂ ਵਿਜ਼ਿਟ 'ਤੇ ਜਾਂਦੇ ਹੋ, ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਪ੍ਰਾਰਥਨਾ ਕਰਨ ਦੇ ਵਾਸਤੇ, ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਹੋਣਾ ਚਾਹੀਦਾ ਹੈ। ਤਾਂ ਤੁਸੀਂ ਬੜੀਆਂ ਮੁਸ਼ਕਿਲਾਂ ਨੂੰ ਜਿਹੜਾ ਵਾ ਉਹ ਅਵੋਇਡ ਕਰ ਦੋਗੇ ਆਪਣੀ ਲਾਈਫ ਦੇ ਵਿੱਚੋਂ। ਜਦੋਂ ਘਰ ਦੇ ਵਿੱਚ ਕੋਈ ਕਲੀਸਿਆ ਦਾ ਸੇਵਾਦਾਰ ਆ ਰਿਹਾ, ਕੋਈ ਐਲਡਰ ਆ ਰਿਹਾ, ਤੇ ਪਤਨੀਓ, ਪਾਸਟਰ ਦੀ ਵਾਈਫਸ, ਤੁਹਾਡੀ ਲਾਈਫ, ਤੁਹਾਡੇ ਘਰ ਦੇ ਵਿੱਚ ਤੁਹਾਡਾ ਪਤੀ ਹੋਣਾ ਚਾਹੀਦਾ। ਇਹ ਨਹੀਂ ਕਿ ਚਰਚ ਦਾ ਕੋਈ ਵੀ ਮੈਂਬਰ ਆ ਗਿਆ, ਅਸੀਂ ਘਰ ਬਿਠਾਇਆ, ਸਾਰਾ ਦਿਨ ਸਾਡੇ ਘਰ ਵਿੱਚ ਬੈਠਾ ਹੋਇਆ ਵਾ, ਸਾਡਾ ਪਤੀ ਜਿਹੜਾ ਉਹ ਸੇਵਕਾਈ ਕਰ ਰਿਹਾ, ਬਾਹਰ ਵਿਜ਼ਿਟ ਤੇ ਗਿਆ ਹੋਇਆ ਵਾ, ਅਸੀਂ ਕਿਸੇ ਨੂੰ ਆਪਣੇ ਘਰ ਵਿੱਚ, ਚਾਹੇ ਉਹ ਐਲਡਰ ਚਰਚ ਦਾ, ਚਾਹੇ ਉਹ ਅਸਿਸਟੈਂਟ ਪਾਸਟਰ ਹੈ, ਚਾਹੇ ਉਹ ਕੋਈ ਵੀ ਹੈ, ਤੁਹਾਡੇ ਪਤੀ ਤੋਂ ਇਲਾਵਾ ਤੁਹਾਡੇ ਬੈਡਰੂਮ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਜਨ ਨਹੀਂ ਹੋਣਾ ਚਾਹੀਦਾ। ਬਾਈਬਲ 'ਚ ਲਿਖਿਆ ਤੁਹਾਡੇ ਵਿਛੌਣੇ ਪਵਿੱਤਰ ਹੋਣੇ ਚਾਹੀਦੇ ਆ। ਹਾਲੇਲੂਇਆ। ਤੁਹਾਡੇ ਵਿਛੌਣੇ ਪਵਿੱਤਰ ਰਹਿਣੇ ਚਾਹੀਦੇ ਆ। ਆਪਣੀ ਲਾਈਫ ਨੂੰ ਜਾਣੋ ਚੰਗੀ ਤਰ੍ਹਾਂ, ਆਪਣੀ ਲਾਈਫ ਨੂੰ ਸਮਝੋ ਚੰਗੀ ਤਰ੍ਹਾਂ। ਤੁਹਾਡੇ ਪਰਿਵਾਰ ਦੇ ਨਾਲ ਹੀ ਤੁਹਾਡੀ ਆਸ਼ੀਸ਼ ਜੁੜੀ ਹੋਈ ਹੈ। ਤੁਹਾਡੇ ਪਰਿਵਾਰ ਦੇ ਨਾਲ ਤੁਹਾਡੇ ਪਤੀ ਤੋਂ ਬਿਨਾਂ ਤੁਹਾਡੀ ਆਸ਼ੀਸ਼ ਨਹੀਂ ਹੈ, ਤੁਹਾਡੀ ਪਤਨੀ ਤੋਂ ਬਿਨਾਂ ਤੁਹਾਡੀ ਆਸ਼ੀਸ਼ ਨਹੀਂ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ ਕਿ ਜੇ ਤੁਹਾਡੇ ਪਤੀ ਸ਼ਰਾਬ ਪੀਣ ਵਾਲੇ, ਜੇ ਤੁਹਾਡੇ ਪਤੀ ਖੁਦਾਵੰਦ ਦੇ ਵਿੱਚ ਨਹੀਂ ਚੱਲ ਰਹੇ, ਤੇ ਤੁਹਾਡੀ ਚਾਲ ਢਾਲ ਦੇਖ ਕੇ ਬਦਲ ਜਾਣੇ ਚਾਹੀਦੇ ਆ। ਪ੍ਰਾਰਥਨਾਵਾਂ ਅਲੱਗ, ਵਚਨ ਅਲੱਗ, ਪਰ ਤੁਹਾਡੀ ਚਾਲ ਢਾਲ ਦੇਖ ਕੇ ਤੁਹਾਡੇ ਜਿਹੜੇ ਪਤੀ ਹਨ ਉਹ ਬਦਲ ਜਾਣੇ ਚਾਹੀਦੇ ਹਨ। ਹੈ ਨਾ। ਮੰਨ ਲਓ ਇੱਕ ਔਰਤ ਦਾ ਪਤੀ ਜਿਹੜਾ ਹੈ ਸ਼ਰਾਬ ਪੀਂਦਾ ਹੈ ਨਾ, ਉਹ ਚਰਚ ਜਾ ਰਹੀ ਹੈ ਤੇ ਚਰਚ ਨੂੰ ਆਣ ਕੇ ਦੇਖਿਆ ਪਤੀ ਬਾਜ਼ਾਰ 'ਚ ਬਾਹਰ ਗਲੀ ਦੇ ਵਿੱਚ ਖੜਾ ਹੋ, ਆਉਂਦਿਆਂ ਸਾਰੀ ਬਸ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਆਉਂਦਿਆਂ ਹੀ ਘਰ 'ਚ ਬੜੇ, ਬਾਅਦ ਵਿੱਚ ਪਹਿਲਾਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਤੇ ਫਿਰ ਆਣ ਕੇ ਪਾਸਟਰ ਨੂੰ ਕਿਹਾ ਮੇਰਾ ਪਤੀ ਜਿਹੜਾ ਬਦਲ ਨਹੀਂ ਰਿਹਾ। ਪਾਸਟਰ ਜੀ ਕੀ ਕਾਰਨ ਹੋਏਗਾ, ਕਿਉਂ ਨਹੀਂ ਬਦਲ ਰਿਹਾ? ਪਹਿਲਾਂ ਤੂੰ ਆਪਣੇ ਆਪ ਨੂੰ ਬਦਲ। ਜੇ ਤੁਹਾਡੀ ਪਤਨੀ ਬਦਲੀ ਨਹੀਂ ਆ, ਸੇਮ ਸੈਂਸ ਤੁਹਾਨੂੰ ਵੀ ਹੈ ਕਿ ਜੇ ਤੁਸੀਂ ਬਦਲੇ, ਤੁਹਾਡੀ ਚਾਲ ਢਾਲ ਦੇਖ ਕੇ ਬਦਲ ਜਾਣੇ ਚਾਹੀਦੇ ਆ। ਸਾਡੀ ਸਪਿਰਚੁਅਲਿਟੀ ਦੇਖ ਕੇ, ਸਾਡੀ ਪਵਿੱਤਰਤਾ ਦੇਖ ਕੇ। ਗਾਲਾਂ ਦੇ ਨਾਲ, ਜ਼ਬਰਦਸਤੀ ਦੇ ਨਾਲ ਕੋਈ ਨਹੀਂ ਜੇ ਬਦਲਦਾ। ਜੇ ਤੁਸੀਂ ਸੋਚਦੇ ਹੋ ਕਿ ਜ਼ਬਰਦਸਤੀ ਮੈਂ ਆਪਣੀ ਪਤਨੀ ਨੂੰ ਬਦਲ ਦੇਵਾਂਗਾ, ਜ਼ਬਰਦਸਤੀ ਮੈਂ ਆਪਣੇ ਪਤੀ ਨੂੰ ਬਦਲ ਦੇਵਾਂਗੀ, ਇਸ ਤਰ੍ਹਾਂ ਕਦੀ ਨਹੀਂ ਹੋਵੇਗਾ। ਤੁਹਾਡੀ ਚਾਲ ਢਾਲ ਦੇਖ ਕੇ ਤੁਹਾਡੇ ਵੱਲ ਖਿੱਚੇ ਜਾਣੇ ਚਾਹੀਦੇ ਆ, ਤੁਹਾਡੇ ਖੁਦਾ ਦੇ ਵੱਲ ਆ ਜਾਣੇ ਚਾਹੀਦੇ ਆ ਲੋਕ। ਹਾਲੇਲੂਇਆ। ਇਕੱਠੇ ਬੈਠ ਕੇ ਪ੍ਰਾਰਥਨਾ ਕਰੋ। ਆਪਣੇ ਗੁੱਸੇ ਦੇ ਉੱਪਰ ਸੂਰਜ ਨਾ ਡੁੱਬਣ ਦਿਓ।
ਆਗਿਆਕਾਰੀ ਕਰੋ। ਜੋ ਤੁਹਾਡੇ ਪਤੀ ਨੂੰ ਚੰਗਾ ਲੱਗਦਾ ਵਾ, ਜੋ ਤੁਹਾਡੀ ਪਤਨੀ ਨੂੰ ਚੰਗਾ ਲੱਗਦਾ ਵਾ, ਉਸ ਚੀਜ਼ ਨੂੰ ਪ੍ਰੇਫਰ ਦਿਓ ਆਪਣੀ ਲਾਈਫ ਦੇ ਵਿੱਚ। ਉਸ ਚੀਜ਼ ਨੂੰ ਜ਼ਰੂਰੀ ਜਾਣੋ ਆਪਣੀ ਲਾਈਫ ਦੇ ਵਿੱਚ। ਜੇ ਤੁਸੀਂ ਖੁਸ਼ ਹੋ ਤੇ ਤੁਹਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ। ਤੁਸੀਂ ਬਲੈਸਡ ਹੋਵੋਗੇ ਖੁਦਾਵੰਦ ਦੇ ਵਿੱਚ। ਸਾਰਾ ਆਪਣੇ ਪਤੀ ਨੂੰ ਸਵਾਮੀ ਕਹਿੰਦੀ ਸੀ ਤੇ ਸਾਰਾ ਬਲੈਸਡ ਹੋਈ। ਅੱਜ ਅਸੀਂ ਆਪਣੇ ਪਤੀ ਦਾ ਨਾਮ ਲੈ ਰਹੇ ਹਾਂ। ਅੱਜ ਅਸੀਂ ਆਪਣੇ ਪਤੀ ਨੂੰ ਭੱਦੇ ਸ਼ਬਦ ਬੋਲ ਰਹੇ ਹਾਂ। ਅੱਜ ਅਸੀਂ ਆਪਣੇ ਪਤੀ ਨੂੰ ਆਵਾਜ਼ ਮਾਰ ਰਹੀਆਂ ਹੋਵਾਂਗੇ ਨਾ, ਤੇ ਗਲੀ ਦੇ ਵਿੱਚੋਂ ਦੀ ਕੋਈ ਲੰਘ ਰਿਹਾ ਹੋਵੇਗਾ ਤੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਪਤੀ ਨੂੰ ਆਵਾਜ਼ ਮਾਰਨੀ ਹੈ ਕਿ ਕਿਸੇ ਨੌਕਰ ਨੂੰ ਆਵਾਜ਼ ਮਾਰਨੀ ਹੈ ਘਰ ਦੇ ਵਿੱਚ। ਹਾਲੇਲੂਇਆ। ਇਹਨਾਂ ਚੀਜ਼ਾਂ ਨੂੰ ਜਾਣੋ, ਇਹਨਾਂ ਚੀਜ਼ਾਂ ਨੂੰ ਸਮਝੋ। ਸਾਡੇ ਹੱਥ ਵਿੱਚ ਸਾਡੀ ਹੈਪੀ ਮੈਰਿਡ ਲਾਈਫ ਹੈ, ਪਰ ਅਸੀਂ ਆਪਣੇ ਹੱਥ ਵਿੱਚੋਂ ਰੇਤ ਦੇ ਵਾਂਗੂ ਸਾਡੇ ਹੱਥ ਚੋਂ ਨਿਕਲਦੀ ਜਾ ਰਹੀ ਹੈ। ਸਾਨੂੰ ਸਮਝ ਨਹੀਂ ਲੱਗ ਰਹੀ ਕੀ ਕਰੀਏ, ਸਾਨੂੰ ਸਮਝ ਨਹੀਂ ਆ ਰਹੀ ਕੀ ਕਰੀਏ। ਅੱਜ ਰੋਣਾ, ਪਤੀ ਪਤਨੀ ਦੂਸਰੇ ਕਮਰੇ 'ਚ ਵੜ ਕੇ ਰੋ ਰਹੀ ਹੈ, ਪਤੀ ਦੂਸਰੇ ਕਮਰੇ 'ਚ ਵੜ ਕੇ ਰੋ ਰਿਹਾ ਕਿ ਸਾਡੀ ਲਾਈਫ ਨੂੰ ਕੀ ਹੋ ਗਿਆ। ਇਹਨਾਂ ਇੱਕ ਦੂਸਰੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਮੈਂ ਆਤਮ ਹੱਤਿਆ ਕਰ ਲੈਣੀ, ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ, ਮੈਂ ਆਪਣੇ ਆਪ ਨੂੰ ਫਿਨਿਸ਼ ਕਰ ਲੈਣਾ, ਜਾਂ ਮੈਨੂੰ ਤਲਾਕ ਚਾਹੀਦਾ, ਜਾਂ ਮੈਨੂੰ ਛੁਡਾਵਾ ਚਾਹੀਦਾ, ਜਾਂ ਮੈਂ ਆਪਣੀ ਲਾਈਫ ਨੂੰ ਫਿਨਿਸ਼ ਕਰ ਲੈਣਾ ਇਸ ਜਗ੍ਹਾ ਤੇ। ਕੀ ਸੋਚਦੇ ਹੋ ਤੁਸੀਂ? ਕਿਸ ਤਰ੍ਹਾਂ ਅਸੀਂ ਆਪਣੀ ਪਰਮੇਸ਼ਰ ਤੋਂ ਸ਼ੁਰੂ ਕਰੋ। ਆਪਣੀ ਲਾਈਫ ਦੇ ਵਿੱਚ ਤੀਸਰਾ ਜਨ ਲੈ ਕੇ ਆਓ ਹੈ ਪਰਮੇਸ਼ਰ। ਆਪਣੀ ਲਾਈਫ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਆਓ। ਮੇਰਾ ਤੀਸਰਾ ਕਹਿਣ ਦਾ ਮਤਲਬ ਦੂਸਰਾ ਨਹੀਂ ਸੀ ਕਿ ਜਾਂ ਤੇ ਔਰਤ ਲੈ ਆਓ ਜਾਂ ਆਦਮੀ ਲੈ ਆਓ। ਆਪਣੀ ਲਾਈਫ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਆਓ। ਆਪਣੇ ਘਰ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਆਓ। ਤੁਹਾਡੀ ਲਾਈਫ ਬਦਲੇਗੀ, ਤੁਹਾਡੀ ਲਾਈਫ ਚੇਂਜ ਹੋ ਜਾਏਗੀ। ਤੁਸੀਂ ਪਰਮੇਸ਼ਰ ਦੀ ਆਸ਼ੀਸ਼ ਦੇ ਲਈ ਚੁਣੇ ਗਏ। ਹਾਲੇਲੂਇਆ। ਸੋ ਅਸੀਂ ਇਸ ਜਗ੍ਹਾ ਤੇ ਫਿਨਿਸ਼ ਕਰਦੇ ਹਾਂ। ਟਾਈਮ ਜਿਹੜਾ ਉਹ ਕਾਫੀ ਹੋ ਚੁੱਕਿਆ। ਸੋ ਅਸੀਂ ਫਿਨਿਸ਼ ਕਰਾਂਗੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਇੱਕ ਪਾਰਟ ਜਿਹੜਾ ਵਾ ਅਸੀਂ ਮੈਰਿਡ ਲਾਈਫ ਦੇ ਉੱਤੇ ਹੋਰ ਬਣਾਵਾਂਗੇ। ਜਲਦੀ ਤੁਹਾਡੇ ਕੋਲ ਆ ਜਾਏਗਾ। 1-2 ਦਿਨਾਂ ਦੇ ਵਿੱਚ ਮੈਰਿਡ ਲਾਈਫ ਦੇ ਉੱਪਰ ਅਸੀਂ ਇੱਕ ਹਿੱਸਾ ਹੋਰ ਬਣਾਵਾਂਗੇ ਇਸ ਸਰਮਨ ਦਾ, ਕਿਉਂਕਿ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਸਿਖਾਉਣਾ ਚਾਹੁੰਦਾ ਪਰ ਅਜੇ ਸਿਖਾ ਨਹੀਂ ਸਕਿਆ। ਇਹ ਸਭ ਦਿਨ ਅਸੀਂ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। ਜੇ ਤੁਸੀਂ ਸਰਮਨ ਸੁਣ ਰਹੇ ਹੋ ਤੇ ਤੁਹਾਡੀ ਮੈਰਿਡ ਲਾਈਫ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਦੱਸ ਰਹੇ ਹੋ ਕਿਸੇ ਨੂੰ, ਤੁਸੀਂ ਨਹੀਂ ਦੱਸ ਰਹੇ, ਆਪਣੀ ਪਤਨੀ ਦਾ, ਆਪਣੇ ਪਤੀ ਦਾ ਹੱਥ ਫੜ ਲਓ ਰਾਈਟ ਨਾਓ। ਮੈਂ ਪ੍ਰਾਰਥਨਾ ਕਰਨ ਵਾਸਤੇ ਜਾ ਰਿਹਾ। ਸਰਵ ਸ਼ਕਤੀਮਾਨ ਖੁਦਾਵੰਦ, ਤੁਹਾਡੇ ਬੱਚਿਆਂ ਨੂੰ ਮੈਂ ਯਿਸੂ ਦੇ ਨਾਮ 'ਚ ਬਲੈਸ ਕਰਦਾ। ਖੁਦਾਵੰਦ ਤੁਹਾਡੀ ਆਸ਼ੀਸ਼ ਕੰਮ ਕਰੇ, ਤੁਹਾਡਾ ਅਭਿਸ਼ੇਕ, ਤੁਹਾਡੀ ਅਨੋਇੰਟਿੰਗ ਜ਼ਲਾਲ ਕੰਮ ਕਰੇ। ਖੁਦਾਵੰਦ ਪੂਰੀ ਤਰ੍ਹਾਂ ਪ੍ਰਭੂ ਜੀ ਆਪਣੇ ਅਭਿਸ਼ੇਕ ਦੇ ਅਧੀਨ ਕਰ ਲਓ। ਖੁਦਾ ਹਰ ਇੱਕ ਲਾਨਤ ਯਿਸੂ ਦੇ ਨਾਮ ਸ਼ਰਮਿੰਦੀ ਹੋ ਜਾਏ। ਪ੍ਰਭੂ ਤੁਹਾਡੇ ਬੱਚੇ ਬਲੈਸਡ ਰਹਿਣ, ਤੁਹਾਡੇ ਬੱਚੇ ਆਸ਼ੀਸ਼ਿਤ ਰਹਿਣ। ਅੱਜ ਦਾ ਵਚਨ 100 ਗੁਣਾ ਫਲ ਲੈ ਕੇ ਆਏ। ਪ੍ਰਭੂ ਜੋ ਵੀ ਪਰੇਸ਼ਾਨੀ ਆ ਰਹੀ, ਜੋ ਵੀ ਪ੍ਰੋਬਲਮ ਆ ਰਹੀ, ਪ੍ਰਭੂ ਮੈਂ ਇਸ ਜਗ੍ਹਾ ਤੋਂ ਨਹੀਂ ਜਾਣਦਾ, ਤੁਸੀਂ ਜਾਣਦੇ ਹੋ। ਪ੍ਰਭੂ ਯਿਸੂ ਮਸੀਹ, ਪ੍ਰਭੂ ਯਿਸੂ ਦੇ ਨਾਮ 'ਚ ਹਰ ਇੱਕ ਮੁਸ਼ਕਲ ਜਾ ਰਹੀ ਹੈ। ਤੁਹਾਡੇ ਬੱਚੇ ਪ੍ਰਭੂ ਖੁਸ਼ ਰਹਿਣ ਹਮੇਸ਼ਾ। ਖੁਦਾ ਤੁਹਾਡਾ ਇਹ ਨਾਮ ਉੱਚਾ ਜਾਏ ਯਿਸੂ ਮਸੀਹ ਨਾਸਰੀ ਦੇ ਨਾਮ 'ਚ, ਆਮੀਨ। ਗੋਡ ਬਲੈਸ ਯੂ। ਕਨੈਕਟਡ ਰਹੀਏ, ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੇ ਸਰਮਨ ਹਨ ਤੁਸੀਂ ਸੁਣ ਸਕੋ, ਜਾਣ ਸਕੋ, ਪਰਮੇਸ਼ਰ ਦੀਆਂ ਆਸ਼ੀਸ਼ਾਂ ਦੇ ਵਿੱਚ ਵੱਧ ਸਕੋ। ਗੋਡ ਬਲੈਸ ਯੂ। ਪਰਮੇਸ਼ਰ ਤੁਹਾਨੂੰ ਬਲੈਸ ਕਰੇ।